ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਖਾਲਸੋ ਹੋਵੇ ਖੁਦ ਖੁਦਾ ਜਿਮ ਖੂਬੀ ਖੂਬ ਖੁਦਾਏ। ਆਨ ਨਾ ਮਾਨੈ ਆਨ ਕੀ ਇੱਕ ਸੱਚੇ ਬਿਨ ਪਾਤਸ਼ਾਹੀ। ਏਕ ਹਰੀ ਦਾਸ ਰੂਪ ਗੁਰ ਗ੍ਰੰਥ ਪੰਥ ਕੋ ਬੰਦ। ਗ੍ਰੰਥ ਪੰਥ ਪ੍ਰਕਾਸ਼ ਜਹੈ ਅਬ ਬਰਨੋ ਸੁਖ ਕੰਦ। ਗ੍ਰੰਥ ਪੰਥ ਪ੍ਰਕਾਸ਼ ਜਹੈ ਅਬ ਬਰਨੋ ਸੁਖ ਕੰਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਬਰ ਤਖਤ ਛਤਰ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ। ਸਤਿਗੁਰੂ ਜੀ ਦੀ ਅਤੀ ਅਪਾਰ ਕਿਰਪਾ ਰਹਿਮਤ ਹੋਈ ਹੈ। ਗੁਰੂ ਸਾਹਿਬ ਜੀ ਨੇ ਜੋ ਸ਼ਾਮ ਦਾ ਸਮਾਂ ਸਤ ਸੰਗਤ ਦੀਆਂ ਘੜੀਆਂ ਆਪਾਂ ਨੂੰ ਬਖਸ਼ੀਆਂ ਹਨ। ਗਿਆਨੀ ਗਿਆਨ ਸਿੰਘ ਜੀ ਦੇ ਲਿਖੇ ਹੋਏ ਮਹਾਨ ਗ੍ਰੰਥ ਸ੍ਰੀ ਗੁਰੂ ਪੰਥ ਪ੍ਰਕਾਸ਼ ਦੀ ਕਥਾ ਲੜੀਵਾਰ ਜੋ ਸ਼ੁਰੂ ਹੋਈ ਹੈ, ਮਾਈ ਭਾਈ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ। ਕੱਲ ਤੱਕ ਆਪਾਂ ਜੋ ਮੰਗਲ ਹਨ ਗਿਆਨੀ ਗਿਆਨ ਸਿੰਘ ਜੀ ਨੇ ਗ੍ਰੰਥ ਦੀ ਆਰੰਭਤਾ ਵਿੱਚ ਕੀਤੇ, ਉਹਨਾਂ ਮੰਗਲਾਂ ਦੀ ਵਿਚਾਰ ਸਰਵਣ ਕੀਤੀ। ਕੱਲ ਸ੍ਰੀ ਅੰਮ੍ਰਿਤਸਰ ਸ਼ਹਿਰ ਦੀ ਔਰ ਅੰਮ੍ਰਿਤਸਰ ਵਿੱਚ ਉੱਥੋਂ ਦੀ ਬਣਤਰ ਘਰ ਮਕਾਨ ਦੁਕਾਨਾਂ ਦੀ ਵੀ ਉਪਮਾ ਕੀਤੀ, ਉੱਥੋਂ ਦੇ ਲੋਕਾਂ ਦੀ ਉਪਮਾ ਕੀਤੀ ਤੇ ਐਸੇ ਸ਼ਹਿਰ ਦੇ ਵਿੱਚ ਬਣੇ ਹੋਏ ਸ੍ਰੀ ਅੰਮ੍ਰਿਤ ਸਰੋਵਰ ਦੀ ਉਪਮਾ ਕੀਤੀ। ਉਪਰੰਤ ਉਹ ਸਰੋਵਰ ਦੇ ਵਿੱਚ ਬਣਿਆ ਹੈ ਸ੍ਰੀ ਦਰਬਾਰ ਸਾਹਿਬ, ਉਸ ਦੀ ਉਪਮਾ ਕੀਤੀ ਹੈ। ਬਾਹਰੀ ਦਿੱਖ ਦੀ ਅੰਦਰਲੀ ਦਿੱਖ ਦੀ ਭਾਵ ਆਪਣੀ ਸ਼ਰਧਾ ਭਾਵਨਾ ਪ੍ਰਗਟ ਕੀਤੀ। ਇਹ ਸਾਰਾ ਕੁਝ ਮੰਗਲ ਜਿਹੜੇ ਹਨ, ਜਿੱਥੇ ਫਿਰ ਰਹਿ ਕਰਕੇ ਦੱਸਿਆ ਕਿ ਭਾਈ ਐਸੇ ਸ਼ਹਿਰ ਦੇ ਵਿੱਚ ਤਾਸ ਸੁਦਾ ਸਰ ਸ਼ਹਿਰ ਮੈਂ ਇੱਕ ਨਿਰਮਲ ਪੰਥ ਸੋ ਸਾਧ ਮਹਾਨੀ। ਜਿਹੜੇ ਉੱਥੇ ਨਿਰਮਲ ਪੰਥ ਦੇ ਮਹਾਨ ਸਾਧੂ ਸੰਤ ਗਿਆਨੀ ਵੀਰ ਸਿੰਘ ਜੀ, ਜਿਨ੍ਹਾਂ ਕੋਲੋਂ ਇਹਨਾਂ ਨੇ ਰਹਿ ਕਰਕੇ ਨਾਮ ਬਾਣੀ ਦਾ ਅਭਿਆਸ ਕਰਦਿਆਂ ਹੋਇਆਂ ਇਹ ਜਿਹੜਾ ਗ੍ਰੰਥ ਰਚਿਆ ਹੈ। ਤੇ ਇਹਨਾਂ ਦੇ ਜਿਹੜੇ ਵਿਦਿਆ ਦਾਤੇ ਪੰਡਤ ਤਾਰਾ ਸਿੰਘ ਨਰੋਤਮ, ਉਹਨਾਂ ਕੋਲੋਂ ਵੀ ਵਿਦਿਆ ਲਈ। ਫਿਰ ਸੰਤ ਵੀਰ ਸਿੰਘ ਜੀ ਦੇ ਕੋਲ ਗਿਆਨੀਆਂ ਦੇ ਬੁੰਗੇ ਵਿੱਚ ਨਿਰਮਲੇ ਮਹਾਂਪੁਰਸ਼ ਸਨ, ਅੰਮ੍ਰਿਤਸਰ ਸਾਹਿਬ ਦੀ ਸੇਵਾ ਕਰਦੇ ਸਨ। ਦਰਬਾਰ ਸਾਹਿਬ ਸੇਵਾ ਕਰਦੇ ਸੀ, ਉਹਨਾਂ ਕੋਲੇ ਰਹਿ ਕਰਕੇ
ਇਹ ਜੋ ਗ੍ਰੰਥ ਹੈ ਗਿਆਨੀ ਗਿਆਨ ਸਿੰਘ ਜੀ ਨੇ ਸਾਰਾ ਇਤਿਹਾਸ ਬ੍ਰਿਜ ਭਾਸ਼ਾ ਦੇ ਵਿੱਚ ਇਹ ਨਵੀਨ ਇੱਕ ਪੰਥ ਪ੍ਰਕਾਸ਼ ਜੀ ਦਾ ਨਾਮ ਸ੍ਰੀ ਗੁਰੂ ਪੰਥ ਪ੍ਰਕਾਸ਼ ਰੱਖਿਆ, ਉਹ ਰਚਨਾ ਕੀਤਾ। ਇਸ ਤਰ੍ਹਾਂ ਇੱਥੇ ਤੱਕ ਮੰਗਲ ਕੀਤੇ ਨੇ। ਆਓ ਹੁਣ ਅੱਗੇ ਜੋ ਉਪਦੇਸ਼ ਗਿਆਨ ਗੁਰੂ ਦਾ, ਜੋ ਭਾਈ ਇਹ ਗ੍ਰੰਥ ਦਾ ਕਾਰਨ ਕੀ ਹੋਇਆ ਰਚਣ ਦਾ, ਉਹ ਆਪਾਂ ਨੂੰ ਦੱਸਦੇ ਨੇ। ਪਿਆਰ ਔਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮੰਗਲ ਚਾਰ ਉਚਾਰ ਕਰ, ਕਵ ਕੋ ਵਿਦਨ ਜੋਹਾਰ। ਗਿਆਨੀ ਗਿਆਨ ਸਿੰਘ ਜੀ ਇੱਥੋਂ ਸ਼ੁਰੂਆਤ ਕਰਦੇ ਨੇ ਭਾਈ ਸੋਹਣੇ ਸੁੰਦਰ ਜਿਹੜੇ ਮੰਗਲ ਨੇ ਅਕਾਲ ਪੁਰਖ ਗੁਰੂ ਸਾਹਿਬਾਨਾਂ ਦੇ, ਅੰਮ੍ਰਿਤਸਰ ਦੇ, ਦਰਬਾਰ ਸਾਹਿਬ ਦੇ, ਆਪਣੇ ਵਿਦਿਆ ਦਾਤੇ ਦੇ, ਉਹ ਮੰਗਲ ਉਚਾਰਨ ਕਰਨ ਤੋਂ ਉਪਰੰਤ ਕਵ ਕੋ ਵਿਦਨ ਜੋਹਾਰ। ਇਹ ਕਵੀ ਗਿਆਨੀ ਗਿਆਨ ਸਿੰਘ ਜੀ ਮਹਾਨ ਕਵੀਆਂ ਤੇ ਵਿਦਵਾਨਾਂ ਨੂੰ ਨਮਸਕਾਰ ਕਰਦਾ ਹੈ। ਭਇਓ ਗ੍ਰੰਥ ਜਿਉ ਨਿਉ ਜਹੈ, ਵਰਨੋ ਸੋ ਪ੍ਰਕਾਰ। ਹੁਣ ਦੱਸਦੇ ਨੇ ਭਾਈ ਕਿ ਇਹ ਜਿਹੜਾ ਨਵਾਂ ਪੰਥ ਪ੍ਰਕਾਸ਼, ਕਿਉਂਕਿ ਪੰਥ ਪ੍ਰਕਾਸ਼ ਪਹਿਲਾਂ ਵੀ ਭਾਈ ਰਤਨ ਸਿੰਘ ਜੀ ਨੇ ਲਿਖਿਆ, ਸਵਾਲ ਤਾਂ ਫਿਰ ਉੱਠਣਾ ਹੀ ਹੈ ਨਾ ਕਿ ਗਿਆਨੀ ਜੀ ਤੁਸੀਂ ਕਿਉਂ ਲਿਖਿਆ ਹੈ। ਇਸ ਕਰਕੇ ਉਹ ਆਪੇ ਸਵਾਲ ਪੈਦਾ ਕਰਕੇ ਜਗਿਆਸੂ ਦੇ ਸ਼ੰਕੇ ਦਾ ਉੱਤਰ ਦੇ ਰਹੇ ਹੈ ਕਿ ਇਹ ਜਿਹੜਾ ਹੈ ਨਵਾਂ ਪੰਥ ਪ੍ਰਕਾਸ਼, ਇਹ ਕਿਵੇਂ ਰਚਿਆ, ਕਿਵੇਂ ਬਣਿਆ, ਇਹਦਾ ਕਾਰਨ ਕੀ ਹੋਇਆ ਹੈ। ਉਸ ਤਰ੍ਹਾਂ ਕਰਕੇ ਮੈਂ ਉਹ ਕਾਰਨ ਭਾਈ ਦੱਸ ਰਿਹਾ ਹਾਂ। ਚੌਪਈ ਨਗਰ ਪਟਿਆਲਾ ਸ਼ੁਭ ਅਸਥਾਨੋ। ਜੋ ਪਟਿਆਲਾ ਨਗਰ ਬਹੁਤ ਸ਼ੁਭ ਅਸਥਾਨ, ਚੰਗਾ ਸੋਹਣਾ ਨਗਰ ਹੈ। ਫੂਲ ਬੰਸ ਜਹ ਭੂਪ ਮਹਾਨੋ। ਜਿੱਥੇ ਫੂਲ ਬੰਸੀਆਂ ਦਾ ਮਹਾਨ ਰਾਜਾ ਹੈ, ਭਾਵ ਇਹ ਗੁਰੂ ਸਾਹਿਬਾਨਾਂ ਨੇ ਮੋਹਣਕਿਆਂ ਤੇ ਕਿਰਪਾ ਕੀਤੀ, ਮਹਾਰਾਜ ਵਾਲਿਆਂ ਤੋਂ ਇਤਿਹਾਸ ਆਪਾਂ ਪੜ੍ਹਿਆ ਤੇ ਫੂਲ ਕੇ ਸਾਨੇ, ਫੂਲ ਦੀ ਅੰਸ਼ ਬੰਸ, ਜਿਨ੍ਹਾਂ ਵਿੱਚੋਂ ਉੱਥੇ ਭਾਈ ਫੂਲ ਬੰਸੀਆਂ ਦਾ ਮਹਾਨ ਰਾਜਾ, ਜਿੱਥੇ ਪਟਿਆਲੇ ਦਾ ਇਹ ਰਾਜਾ ਹੈ, ਪਟਿਆਲਾ ਸ਼ਹਿਰ ਪੱਟੀ ਆਲਾ ਸਿੰਘ ਰਾਜੇ ਦੇ ਨਾਮ ਤੇ ਇਹ ਪਟਿਆਲਾ ਬਣਿਆ। ਰੂਪ ਅਨੰਤ ਸੰਤ ਇਕ ਤਾਹਾ। ਤੇ ਉੱਥੇ ਬਹੁਤ ਹੀ ਭਾਈ ਸੋਹਣੇ ਸੁੰਦਰ ਸਰੂਪ ਵਾਲਾ ਇੱਕ ਸੰਤ ਜਿਹੜਾ ਹੈ, ਉਹ ਉਥੇ ਕੋਵਿਦ ਕਵ ਗਿਆਨੀ ਸੁਚ ਮਹਾ। ਜਿਹੜਾ ਕਿ ਸੰਤ ਵੀ ਹੈ, ਕੋਵਿਦ ਵਿਦਵਾਨ ਵੀ ਹੈ, ਕਵ ਨਾਮ ਕਵੀ ਵੀ ਹੈ, ਗਿਆਨੀ ਵੀ ਹੈ, ਸੁਚ ਮਹਾ ਬਹੁਤ ਹੀ ਪਵਿੱਤਰ ਆਤਮਾ ਹੈ, ਬਹੁਤ ਹੀ ਸਤਿਕਾਰਯੋਗ ਉਹ ਸੰਤ ਰਹਿ ਰਿਹਾ ਹੈ। ਵਿਦਿਆ ਗੁਰ ਮਮ ਆਹੇ ਉਦਾਰੇ। ਉਸ ਨੂੰ ਕਹਿੰਦੇ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਭਾਈ ਉਸ ਸੰਤ ਨੂੰ ਮੇਰਾ ਤੁਸੀਂ ਵਿਦਿਆ ਗੁਰੂ ਜਾਣ ਲਵੋ ਕਿ ਜਿਹੜੇ ਮਹਾਨ ਉਹ ਸੰਤ ਉੱਥੇ ਰਹਿੰਦੇ ਹਨ। ਮੋਸਮ ਜੜ ਜਿਨ ਬਹੁ ਭਵ ਤਾਰੇ। ਜਿਹਨੇ ਮੇਰੇ ਵਰਗੇ ਬਹੁਤ ਮੂਰਖ ਜੜ ਵੀ, ਦੇਖੋ ਮਾਲਕ ਦੀ ਕਿਰਪਾ, ਇਹ ਉਪਦੇਸ਼ ਗਿਆਨ ਗੁਰੂ ਨਾਲ ਜੋੜ ਕੇ ਵਿਦਵਤਾ ਬਖਸ਼ੀ, ਕਿਸੇ ਨੂੰ ਕਵੀ ਬਣਾਤਾ, ਵਿਦਵਾਨ ਬਣ ਗਏ, ਗਿਆਨੀ ਬਣ ਗਏ, ਜਿਨ੍ਹਾਂ ਨੇ ਇਸ ਭਵਜਲ ਤੋਂ ਤਾਰਿਆ ਹੈ। ਨਾਮ ਨਖੱਤਰ ਮਿਰਗੇਸ਼ ਮਹਾਨੂ। ਹੁਣ ਨਾਮ ਉਹਨਾਂ ਦਾ ਕੀ ਹੈ? ਨਖੱਤਰ ਮਰਗੇਸ਼। ਨਖੱਤਰ ਕਹਿੰਦੇ ਨੇ ਤਾਰਿਆਂ ਨੂੰ, ਮਰਗੇਸ਼ ਦੱਸਿਆ ਆਪ ਜੀ ਨੂੰ ਮਿਰਗ ਈਸ਼, ਸ਼ੇਰ, ਮਿਰਗਾਂ ਦਾ ਸਰਦਾਰ, ਮਿਰਗਾਂ ਦਾ ਵੀ ਈਸ਼ਵਰ ਸ਼ੇਰ ਹੈ।
ਸ਼ੇਰ ਤੋਂ ਭਾਵ ਸਿੰਘ ਬਣ ਗਿਆ। ਨਖੱਤਰ ਤਾਰੇ, ਜਿਨ੍ਹਾਂ ਦਾ ਬਹੁਤ ਹੀ ਮਹਾਨ ਸੋਹਣਾ ਸੁੰਦਰ ਨਾਮ ਕੀ ਹੈ? ਤਾਰਾ ਸਿੰਘ। ਇਹ ਪੰਡਤ ਗਿਆਨੀ ਤਾਰਾ ਸਿੰਘ ਸੰਤ ਪੁਰਸ਼, ਇਹਨਾਂ ਨਾਲ ਨਰੋਤਮ ਅਲ ਲੱਗੀ। ਪੰਡਤ ਤਾਰਾ ਸਿੰਘ ਨਰੋਤਮ, ਜੋ ਭਾਈ ਮਹਾਨ ਤਾਰਾ ਸਿੰਘ ਨਾਮ ਕਰਕੇ ਨਿਰਮਲ ਪੰਥ ਵਿੱਚ ਸਮਭਾਨੁ। ਇਹ ਨਿਰਮਲੇ ਪੰਥ ਦੇ ਵਿੱਚ, ਸਿੱਖੀ ਪੰਥ ਖਾਲਸੇ ਪੰਥ ਦਾ ਅਹਿਮ ਹਿੱਸਾ, ਨਿਰਮਲੇ ਪੰਥ ਗਿਆਨੀ ਜਿਹੜੇ ਉਪਦੇਸ਼ ਦੇਣ ਵਾਲੇ, ਇਹ ਖਾਲਸਾ ਪੰਥ ਦੇ ਵਿੱਚ ਹੀ ਨਿਰਮਲੇ, ਜੋ ਮਹਾਰਾਜ ਨੇ ਵਿਦਿਆ ਪੜ੍ਹਨ ਪੜ੍ਹਾਉਣ ਦਾ ਕਾਰਜ ਜਿਨ੍ਹਾਂ ਨੂੰ ਸੌਂਪਿਆ, ਉਹਨਾਂ ਨੂੰ ਨਿਰਮਲੇ ਕਿਹਾ। ਮਹਾਰਾਜ ਨੇ ਕਿਹਾ ਮੇਰੇ ਨਿਰਮਲੇ ਸਿੱਖ ਨੇ, ਉਹ ਐਸੀ ਨਿਰਮਲ ਸੰਪਰਦਾ। ਦੂਜਾ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਇਹ ਸਿੱਖੀ ਪੰਥ ਨਿਰਮਲ ਪੰਥ। ਇਹ ਜਾਣੋ ਭਾਈ, ਉਹ ਸੰਤ ਗਿਆਨੀ ਪੰਡਤ ਤਾਰਾ ਸਿੰਘ ਨਰੋਤਮ ਨਿਰਮਲ ਪੰਥ ਦੇ ਵਿੱਚ ਸੂਰਜ ਵਾਂਗੂ ਚਮਕਦੇ ਨੇ। ਤਾਂ ਕਿ ਪਦ ਪੰਕਜ ਤੇ ਸਿੱਖਿਆ, ਉਹਨਾਂ ਦੇ ਚਰਨਾਂ ਕਮਲਾਂ ਤੋਂ ਮੈਂ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਸਿੱਖਿਆ ਪਾ ਕਰਕੇ ਪਾਏ ਹਰੇ ਭਾਵ ਦੁੱਖ ਸਮ ਵਿਖਿਆ। ਤੇ ਵਿਦਿਆ ਉਹਨਾਂ ਤੋਂ ਪ੍ਰਾਪਤ ਕਰਕੇ, ਜਿਹੜੀ ਸਿੱਖਿਆ ਲੈ ਕੇ ਚਰਨਾਂ ਕਮਲਾਂ 'ਚ ਰਿਹਾ, ਤੇ ਹਰੇ ਦੁੱਖ, ਹਰੇ ਭਾਵ ਦੁੱਖ ਸਮ ਵਿਖਿਆ। ਜਿਹੜੇ ਜ਼ਹਿਰ ਵਰਗੇ ਇਹ ਭੌਜਲ ਸੰਸਾਰ ਦੇ ਦੁੱਖ ਸੀ, ਉਹਨਾਂ ਦਾ ਨਾਸ਼ ਕੀਤਾ। ਇੱਕ ਦਿਨ ਉਨ ਹਿਤ ਪਰ ਉਪਕਾਰੇ। ਇੱਕ ਦਿਨ ਕਹਿੰਦੇ ਉਹ ਸੰਤ ਪੰਡਤ ਤਾਰਾ ਸਿੰਘ ਨਰੋਤਮ, ਉਹਨਾਂ ਨੇ ਪਰ ਉਪਕਾਰ ਦੇ ਵਾਸਤੇ ਆਗਿਆ ਜਹ ਮੋਹਿ ਦਈ ਉਦਾਰੇ। ਤੇ ਮੈਨੂੰ ਇਹ ਆਗਿਆ ਦਿੱਤੀ, ਮਹਾਨ ਉਦਾਰੇ ਕਹੀਏ, ਵੱਡੀ ਮਹਾਨ ਕਾਰੇ ਦੀ, ਭਾਵ ਮੈਨੂੰ ਇੱਕ ਹੁਕਮ ਕੀਤਾ। ਗ੍ਰੰਥ ਸੋ ਪੰਥ ਪ੍ਰਕਾਸ਼ ਸੁਹਾਵਨ। ਉਹ ਕਹਿਣ ਲੱਗੇ, ਗਿਆਨੀ ਗਿਆਨ ਸਿੰਘ ਜੀ ਕਹਿੰਦੇ ਮੈਨੂੰ ਕਹਿਣ ਲੱਗੇ ਗਿਆਨ ਸਿੰਘਾ, ਕਿ ਇੱਕ ਬਹੁਤ ਹੀ ਸੋਹਣਾ ਪੰਥ ਪ੍ਰਕਾਸ਼ ਨਾਮ ਦਾ ਗ੍ਰੰਥ ਰਤਨ ਸਿੰਘ ਜੋ ਕੀਨ ਬਨਾਵਨ, ਜੋ ਕਿ ਰਤਨ ਸਿੰਘ ਨੇ ਬਣਾਉਣਾ ਕੀਤਾ ਹੈ, ਭਾਵ ਰਤਨ ਸਿੰਘ ਨੇ ਲਿਖਣਾ ਕੀਤਾ ਹੈ। ਭਾਈ ਰਤਨ ਸਿੰਘ ਜੀ, ਜਿਨ੍ਹਾਂ ਦਾ ਆਪਾਂ ਗੁਰਮੁਖੋ ਇਹ ਗ੍ਰੰਥ ਦੀ ਪਹਿਲਾਂ ਕਥਾ ਉਹ ਸੰਪੂਰਨ ਕਰ ਲਈ ਹੈ। ਤੋ ਉਹ ਗ੍ਰੰਥ ਜਿਹੜਾ ਹੈ ਰਤਨ ਸਿੰਘ ਨੇ ਬਣਾਉਣਾ ਕੀਤਾ। ਢੀਲੀ ਤਾਹੇ ਅਧਿਕ ਕਵਿਤਾਈ। ਹੁਣ ਕਹਿਣ ਲੱਗੇ ਪੰਡਤ ਤਾਰਾ ਸਿੰਘ ਨਰੋਤਮ ਕਿ ਗਿਆਨ ਸਿੰਘ, ਪਰ ਉਹਦੇ ਵਿੱਚ ਜਿਹੜੀ ਕਵਿਤਾ ਰਚੀ ਉਹਨਾਂ ਨੇ, ਕਿਉਂਕਿ ਕਵਿਤਾ ਦੇ ਕਾਵਿ ਰੂਪ ਵਿੱਚ ਰਚਿਆ, ਕਿਉਂਕਿ ਉਸ ਸਮੇਂ ਗੁਰਮੁਖੋ ਜਿਹੜੇ ਇਤਿਹਾਸਕ ਗ੍ਰੰਥ ਵੀ ਸਨ ਉਹ ਕਵਿਤਾ ਦੇ ਵਿੱਚ ਹੀ ਲਿਖੇ ਜਾਂਦੇ ਸੀ, ਬ੍ਰਿਜ ਭਾਸ਼ਾ ਵਿੱਚ ਜਾਂ ਹੋਰ ਭਾਸ਼ਾਵਾਂ ਵਿੱਚ। ਜਿਵੇਂ ਆਪਾਂ ਵੇਖਦੇ ਹਾਂ ਸ੍ਰੀ ਨਾਨਕ ਪ੍ਰਕਾਸ਼, ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਹੋਰ ਇਤਿਹਾਦਕ ਸਰੂਪਦਾਸ ਭੱਲੇ ਦਾ ਮਹਿਮਾ ਪ੍ਰਕਾਸ਼, ਜਾਂ ਕਿਤਨੇ ਐਸੇ ਗ੍ਰੰਥ ਨੇ, ਗੁਰਬਿਲਾਸ ਪਾਤਸ਼ਾਹੀ 6ਵੀਂ, ਗੁਰਬਿਲਾਸ ਪਾਤਸ਼ਾਹੀ 10ਵੀਂ, ਇਹ ਸਾਰੇ ਗ੍ਰੰਥ ਜਿਹੜੇ ਆ ਪੁਰਾਤਨ, ਉਹ ਕਵਿਤਾ ਦੇ ਵਿੱਚ ਹੀ ਲਿਖੇ ਹੋਏ ਹਨ। ਤੋ ਜਿਵੇਂ ਗਿਆਨੀ ਭਾਈ ਸੰਤੋਖ ਸਿੰਘ ਜੀ, ਉਹ ਤੇ ਬਹੁਤ ਜ਼ਿਆਦਾ ਛੰਦਾਬੰਦੀ ਦੇ ਮਾਹਰ ਸੀ। ਇਸ ਕਰਕੇ ਵੱਡੇ ਤੋਂ ਵੱਡੇ ਕਵੀ ਭਾਈ ਸੰਤੋਖ ਸਿੰਘ ਜੀ ਜਿੱਥੇ ਜਾਂਦੇ ਸੀ ਸਭਾ ਦੇ ਵਿੱਚ ਉੱਠ ਕੇ ਸਤਿਕਾਰ ਕਰਦੇ ਸੀ। ਇਤਨੀ ਸੋਹਣੀ ਛੰਦਾਬੰਦੀ ਉਹਨਾਂ ਨੇ ਲਿਖੀ ਹੈ। ਤੋ ਪਰ ਉਸ ਰੀਤੀ ਤਹਿਤ ਹੀ ਭਾਈ ਰਤਨ ਸਿੰਘ ਜੀ ਭੰਗੂ ਹੁਣਾਂ ਨੇ ਵੀ ਇਹ ਗ੍ਰੰਥ ਲਿਖਿਆ। ਪੰਡਿਤ ਤਾਰਾ ਸਿੰਘ ਕਹਿਣ ਲੱਗੇ ਗਿਆਨ ਸਿੰਘ, ਉਹ ਜੋ ਰਤਨ ਸਿੰਘ ਨੇ ਪੰਥ ਪ੍ਰਕਾਸ਼ ਬਹੁਤ ਸੋਹਣਾ ਗ੍ਰੰਥ ਤੇ ਲਿਖਿਆ ਹੈ, ਢੀਲੀ ਤਾਹੇ ਅਧਿਕ ਕਵਿਤਾਈ, ਪਰ ਉਹਦੇ ਵਿੱਚ ਕਵਿਤਾ ਜਿਹੜੀ ਹੈ ਉਹ ਢਿੱਲੀ ਹੈ, ਭਾਵ ਪੂਰਾ ਛੰਦਾਬੰਦੀ ਦੇ ਮੁਤਾਬਕ ਉਹਦੇ ਤੋਲ ਪੂਰੇ ਨਹੀਂ ਹਨ, ਕੁਝ ਢਿੱਲੀ ਹੈ।
ਮਤਲਬ ਥੋੜਾ ਬਹੁ ਫੈਲਾਈ। ਕਈ ਜਗ੍ਹਾ ਤੇ ਕਹਿੰਦੇ ਐਸਾ ਹੈ ਕਿ ਗੱਲ ਦਾ ਮਤਲਬ ਥੋੜਾ ਹੁੰਦਾ ਹੈ ਤੇ ਫਲਾ ਬਹੁਤਾ ਕੀਤਾ ਹੈ। ਹੁਤੋ ਸਿੰਘ ਬਹੁ ਸੂਧਾ ਸਾਦਾ। ਉਹਦਾ ਕਾਰਨ ਕੀ ਹੈ? ਕਿਉਂਕਿ ਜਿਹੜੇ ਭਾਈ ਰਤਨ ਸਿੰਘ ਜੀ ਸਨ ਉਹ ਬਹੁਤ ਸਿੱਧੇ ਸਾਦੇ ਸ਼ਹੀਦਾਂ ਦੇ ਪਰਿਵਾਰ ਦੇ ਵਿੱਚੋਂ ਗੁਰਮੁਖ ਸਨ। ਕਵਿਤਾ ਕੀ ਨਾ ਲਖਤ ਮਰਿਆਦਾ। ਇਸ ਕਰਕੇ ਉਹਨਾਂ ਨੂੰ ਕਵਿਤਾ ਦੀ ਪੂਰੀ ਰੀਤੀ ਦਾ ਪਤਾ ਨਹੀਂ ਸੀ, ਉਹ ਜਾਣਦੇ ਨਹੀਂ ਸਨ। ਜੈਸਾ ਗੁਰੂ ਕਾ ਪੰਥ ਰੰਗੀਲਾ। ਜੈਸ ਗੁਰੂ ਕਾ ਪੰਥ, ਜੈਸਾ ਇਹ ਗੁਰੂ ਦਾ ਜਿਹੜਾ ਪੰਥ ਰੰਗੀਲਾ ਹੈ, ਭਾਵ ਸੋਹਣਾ ਸੁੰਦਰ ਪੰਥ ਹੈ। ਵੀਰ ਬਾਂਕੁਰੋ छैल ਛਬੀਲਾ। ਤੇ ਵੀਰ ਬੰਕਾ, छैल ਛਬੀਲਾ, ਸੁੰਦਰ ਸੂਰਮਾ, ਬਹੁਤ ਹੀ ਸੋਹਣੀ ਫਬ ਵਾਲਾ ਗੁਰੂ ਕਾ ਪੰਥ। ਚਾਹੀਏ ਗਾਥ ਤਾਹੇ ਕੀ ਤੈਸੀ। ਕਹਿੰਦੇ ਭਾਈ ਉਹਦੀ ਫਿਰ ਕਥਾ ਵੀ ਉਸੇ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਜੈਸਾ ਪੰਥ ਹੈ। ਚੜ੍ਹਦੀ ਕਲਾ ਵਾਲਾ ਸੋਹਣਾ ਸੁੰਦਰ ਮਹਾਰਾਜ ਨੇ ਸਾਜਿਆ, ਇਹਦੀ ਉਸੇ ਤਰ੍ਹਾਂ ਦੀ ਜਿਹੜੀ ਹੈ ਗਾਥਾ ਹੋਣੀ ਚਾਹੀਦੀ ਹੈ, ਕਥਾ ਹੋਣੀ ਚਾਹੀਦੀ ਹੈ। ਦੇਵ ਅਨੁਰੂਪ ਬਲੀ ਹੋਏ ਜੈਸੀ। ਜਿਵੇਂ ਦੇਵਤਾ ਹੋਵੇ ਤੇ ਉਹ ਬਲੀ ਵੀ ਹੋਵੇ, ਇਸ ਤਰ੍ਹਾਂ ਦੀ ਹੋਵੇ ਦੇਵ ਅਨੁਰੂਪ। ਦੇਵਤਾ ਵੀ ਤੇ ਬਲੀ ਵੀ, ਸਿੰਘ ਵੀ ਸੂਰਮੇ ਵੀ, ਸੰਤ ਤੇ ਸਿਪਾਹੀ ਜੈਸੇ ਹਨ। ਤਾਂ ਤੇ ਤੁਮ ਜਹ ਗਾਥ ਬਚਿੱਤਰ। ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਕਿ ਮੈਨੂੰ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਗਿਆਨੀ ਗਿਆਨ ਸਿੰਘਾ ਤੂੰ ਭਾਈ ਇਹ ਜਿਹੜੀ ਗਾਥਾ ਅਚਰਜ ਅਨੋਖੀ ਗੁਰੂ ਖਾਲਸੇ ਦੀ, ਗੁਰੂ ਖਾਲਸੇ ਕੇਰ ਚਰਿੱਤਰ, ਇਹ ਜਿਹੜੇ ਗੁਰੂ ਖਾਲਸੇ ਦੇ ਅਨੋਖੇ ਚਰਿੱਤਰ ਕੌਤਕ ਹਨ। ਛੰਦ ਬੰਦ ਕਰ ਰਚੋ ਸੁਹਾਵਨ। ਉਹਨੂੰ ਭਾਈ ਤੂੰ ਛੰਦਾਬੰਦੀ ਦੇ ਵਿੱਚ ਸੋਹਣੇ ਤਰੀਕੇ ਨਾਲ ਕਵਿਤਾ ਦੇ ਰੂਪ ਵਿੱਚ ਰਚਨਾ ਕਰ। ਗ੍ਰੰਥ ਪੰਥ ਪ੍ਰਕਾਸ਼ ਜੋ ਪਾਵਨ। ਐਸਾ ਪੰਥ ਪ੍ਰਕਾਸ਼ ਗ੍ਰੰਥ ਜੋ ਬਹੁਤ ਪਵਿੱਤਰ ਹੈ ਉਹ ਲਿਖ। ਭਾਵੇਂ ਨਾਮ ਵੀ ਪੰਡਿਤ ਤਾਰਾ ਸਿੰਘ ਜੀ ਨਰੋਤਮ ਨੇ ਹੀ ਦੱਸ ਦਿੱਤਾ ਕਿ ਇਹ ਪੰਥ ਤੂੰ ਅੱਗੇ ਪੰਥ ਪ੍ਰਕਾਸ਼ ਇਸ ਤਰ੍ਹਾਂ ਦਾ ਲਿਖ। ਜਾਂ ਕੋ ਪੇਖ ਪੰਥ ਗੁਰ ਕੇਰਾ। ਐਸਾ ਇਤਿਹਾਸ ਛੰਦਾਬੰਦੀ ਵਿੱਚ ਲਿਖ ਜਿਹਨੂੰ ਗੁਰੂ ਮਹਾਰਾਜ ਦਾ ਪੰਥ ਵੇਖ ਕਰਕੇ ਲਹਿ ਮੋਦ ਪਰਮੋਦ ਕਨੇਰਾ। ਜਦੋਂ ਪੜ੍ਹਿਆ ਕਰੇ ਤੇ ਬਹੁਤ ਆਪਣੇ ਅੰਦਰ ਖੁਸ਼ੀ ਆਨੰਦ ਲਿਆ ਕਰੇ, ਬਹੁਤ ਆਨੰਦਾਤਮਕ ਆਨੰਦ ਦੀ ਪ੍ਰਾਪਤੀ ਕਰੇ। ਦੋਹਰਾ ਜਹ ਆਗਿਆ ਜਬ ਉਨ ਦਈ, ਮਾਨੀ ਹਮ ਮੁਦ ਪਾਏ। ਗਿਆਨੀ ਜੀ ਲਿਖਦੇ ਨੇ ਭਾਈ ਇਸ ਤਰ੍ਹਾਂ ਜਦੋਂ ਮੈਨੂੰ ਉਹਨਾਂ ਨੇ ਇਹ ਆਗਿਆ ਦਿੱਤੀ ਕਿ ਤੂੰ ਇਸ ਤਰ੍ਹਾਂ ਗ੍ਰੰਥ ਬਣਾ, ਤਾਂ ਮੈਂ ਖੁਸ਼ੀ ਦੇ ਨਾਲ ਬਹੁਤ ਆਨੰਦ ਨਾਲ ਮੰਨ ਲਈ। ਗ੍ਰੰਥ ਰਚਨ ਹਿਤ ਪੁਨ ਕਰਿਓ, ਉਦਮ ਗੁਰੂ ਮਨਾਏ। ਤਾਂ ਮੈਂ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਨੂੰ ਮਨਾਇਆ, ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਇਸ ਗ੍ਰੰਥ ਦੇ ਰਚਨ ਵਾਸਤੇ। ਕਬਿਤ ਹੁਣ ਗੁਰੂ ਮਹਾਰਾਜ ਅੱਗੇ ਅਰਦਾਸ ਕਰਨ ਤੋਂ ਬਾਅਦ ਫਿਰ ਕੀ ਕੀਤਾ? ਫਿਰ ਗੁਰੂ ਘਰ ਕੇ ਮਹਾਨੇ ਜੇ ਸਿਆਣੇ ਸਿੱਖ। ਫਿਰ ਭਾਈ ਜਿਹੜੇ ਗੁਰੂ ਘਰ ਦੇ ਮਹਾਨ ਸਿਆਣੇ ਵਿਦਵਾਨ ਗੁਰੂ ਤੇ ਸ਼ਰਧਾ ਭਾਵਨਾ ਰੱਖਣ ਵਾਲੇ ਸਿੱਖ ਸਨ। ਬਾਲਕ ਜੁਵਾ ਪੁਰਾਨੇ ਮੁਖੀਏ ਜੋ ਪੰਥ ਮੈਂ। ਭਾਵੇਂ ਉਹ ਬਾਲਕ ਛੋਟੀ ਉਮਰ ਦੇ, ਭਾਵੇਂ ਜਵਾਨ ਹੈ, ਭਾਵੇਂ ਪੁਰਾਣੇ ਬੁੱਢੇ ਹਨ, ਜੋ ਪੰਥ ਦੇ ਵਿੱਚ ਮੁਖੀ ਕਹਾਏ ਜਾਂਦੇ, ਭਾਵ ਜਿਨ੍ਹਾਂ ਦਾ ਨਾਮ ਸੀ। ਸਭ ਹੀ ਕੇ ਆਗੇ ਇਹੋ ਜਬ ਹੀ ਸੁਣਾਈ ਬਾਤ। ਕਹਿੰਦੇ ਜਦੋਂ ਮੈਂ ਸਾਰਿਆਂ ਦੇ ਅੱਗੇ ਇਹ ਗੱਲ ਦੱਸੀ ਕਿ ਮੈਨੂੰ ਮੇਰੇ ਵਿਦਿਆ ਦਾਤੇ ਪੰਡਿਤ ਤਾਰਾ ਸਿੰਘ ਨਰੋਤਮ ਨੇ ਇਹ ਗੱਲ ਕਹੀ ਹੈ ਕਿ ਇਹ ਭਾਈ ਮੈਂ ਗੱਲ ਦੱਸੀ, ਰਚਿਓ ਚਾਹੋ ਐਸੀ ਭਾਂਤ ਅਬ ਹੀ ਗ੍ਰੰਥ ਮੈਂ।
ਇਹ ਇਸ ਤਰ੍ਹਾਂ ਖਾਲਸੇ ਪੰਥ ਦੀ, ਗੁਰੂ ਮਹਾਰਾਜ ਦੇ ਦਰ ਘਰ ਦੀ ਇਹ ਗ੍ਰੰਥ ਦੇ ਵਿੱਚ ਸਾਰੀ ਗੱਲ ਲਿਖਣੀ ਚਾਹੁੰਨਾ, ਰਚਣੀ ਚਾਹੁੰਨਾ ਹਾਂ। ਸੁਨ ਕੈ ਮਹਾਨ ਮੋਦ ਠਾਨ ਸਭ ਹੀ ਨ ਕਹਿਓ। ਇਹ ਗੱਲ ਸੁਣ ਕੇ ਸਾਰਿਆਂ ਨੇ ਬਹੁਤ ਖੁਸ਼ੀ ਪਾ ਕੇ ਫਿਰ ਮੈਨੂੰ ਇਹ ਗੱਲ ਕਹੀ, ਇਸ ਤੈ ਨਾਨੀ ਕੀ ਬਾਤ ਔਰ ਕੋ ਤੰਥ ਮੈਂ। ਕਹਿੰਦੇ ਗਿਆਨ ਸਿੰਘ ਭਾਈ, ਇਹਦੇ ਨਾਲੋਂ ਤਾਂ ਹੋਰ ਕੋਈ ਚੰਗੀ ਤੱਤ ਸਿਧਾਂਤਕ ਗੱਲ ਹੀ ਨਹੀਂ ਹੈ। ਜੇ ਤੂੰ ਇਤਿਹਾਸ ਲਿਖੇ, ਇਹਦੇ ਨਾਲੋਂ ਹੋਰ ਕੋਈ ਚੰਗਾ ਕੰਮ ਕੀ ਹੋ ਸਕਦਾ ਹੈ। ਸਾਦਰ ਬਨਾਵੋ ਅਬ ਦੇਰ ਨਾ ਲਗਾਵੋ ਤੁਮ। ਇਸ ਕਰਕੇ ਸਾਦਰ ਬਨਾਵੋ। ਸਾਦਰ ਬੇਫਿਕਰ ਹੋ ਕੇ ਵੀ ਕਿਹਾ ਜਾ ਸਕਦਾ, ਸਾਦਰ ਸਤਕਾਰ ਵੀ ਹੈ। ਸਤਕਾਰ ਸਹਿਤ ਇਹ ਤਾਂ ਤੂੰ ਭਾਈ ਬੇਫਿਕਰ ਹੋ ਕੇ ਬਣਾ, ਤੂੰ ਦੇਰੀ ਨਾ ਲਾ ਇਸ ਕੰਮ ਵਿੱਚ। ਇਹਾਂ ਜਸ ਪਾਵੋ ਵੱਡ ਸੁਖ ਹੋਇ ਅਗੰਥ ਮੈਂ। ਇੱਥੇ ਵੀ ਸੰਸਾਰ ਦੇ ਵਿੱਚ ਵੀ ਇਹਦੇ ਨਾਲ ਤੈਨੂੰ ਵੱਡਾ ਜਸ ਮਿਲੂਗਾ, ਔਰ ਅੱਗੇ ਅਗੰਥ ਮੈਂ ਪਰਲੋਕ ਦੇ ਵਿੱਚ ਵੀ ਤੈਨੂੰ ਵੱਡੇ ਸੁੱਖ ਦੀ ਪ੍ਰਾਪਤੀ ਹੋਵੇਗੀ। ਪੂਰਬ ਮਹਾਨ ਮਨ ਬਿਆਸ ਆਦ ਭਏ ਜੇਈ। ਕਹਿੰਦੇ ਮੈਨੂੰ ਇਸ ਤਰ੍ਹਾਂ ਗੁਰਸਿੱਖ ਕਹਿਣ ਲੱਗੇ ਗਿਆਨ ਸਿੰਘਾ ਵੀ ਪੁਰਾਣੇ ਸਮਿਆਂ ਦੇ ਵਿੱਚ ਜਿਵੇਂ ਦੇਖੋ ਬਿਆਸ ਮੁਨੀ ਵਰਗੇ ਮਹਾਨ ਵਿਦਵਾਨ ਹੋਏ ਹਨ। ਭੂਪਨ ਕੇ ਇਤਿਹਾਸ ਬਨੇ ਤੈਨ ਭੂਰ ਹੈ। ਉਹਨਾਂ ਨੇ ਫਿਰ ਪੁਰਾਣਾ ਆਦਿਕ ਦੇ ਵਿੱਚ ਬਹੁਤ ਰਾਜਿਆਂ ਦੇ ਇਤਿਹਾਸ ਕਹੇ, ਇਸ ਤਰ੍ਹਾਂ ਉਹਨਾਂ ਦੇ ਇਤਿਹਾਸ ਬਣੇ। ਤੈਸੇ ਤੁਮ ਇਤਿਹਾਸ ਗੁਰੂ ਘਰ ਕਾ ਬਿਆਸ। ਇਸੇ ਤਰ੍ਹਾਂ ਭਾਈ ਗਿਆਨ ਸਿੰਘ ਜੀ, ਇਹ ਜਿਹੜਾ ਇਤਿਹਾਸ ਗੁਰੂ ਘਰ ਦਾ ਤੁਸੀਂ ਬਿਆਸ ਬਣ ਕੇ, ਭਾਵ ਗੁਰੂ ਘਰ ਦੇ ਤੁਸੀਂ ਬਿਆਸ ਹੋ, ਤੇ ਇਹ ਇਤਿਹਾਸ ਗੁਰੂ ਕਾ ਕਰੋ ਇਹੋ ਰੋਚਰ ਰਚਾਵਨ ਜ਼ਰੂਰ ਹੈ। ਇਹ ਸੋਹਣਾ ਸੁੰਦਰ ਇਤਿਹਾਸ ਤੁਸੀਂ ਜ਼ਰੂਰ ਰਚਨਾ ਕਰੋ। ਇਹ ਤਾਂ ਜ਼ਰੂਰ ਹੀ ਰਚਣਾ ਚਾਹੀਦਾ ਹੈ। ਲੋਗ ਸਮਰੱਥ ਜਿਮ ਤਾਲ ਬਾਗ ਬਾਕ ਪਾ। ਲੋਗ ਸਮਰੱਥ ਜਿਮ ਤਾਲ ਬਾਗ ਬਾਪਿਕਾ। ਜਿਵੇਂ ਕਹਿੰਦੇ ਸਿੱਖ ਕਹਿਣ ਲੱਗੇ ਕਿ ਜਿਹੜੇ ਸਮਰੱਥ ਲੋਕ ਨੇ, ਜਿਨ੍ਹਾਂ ਕੋਲੇ ਮਾਇਆ ਹੁੰਦੀ ਹੈ, ਦਾਨੀ ਭਾਵਨਾ, ਦਾਨ ਦੀ ਬਿਰਤੀ ਵਾਲੇ ਲੋਕ, ਚੰਗੀ ਸਤੋਗੁਣੀ ਬਿਰਤੀ ਰੱਖਣ ਵਾਲੇ ਹਨ, ਉਹ ਕੀ ਕਰਦੇ ਆ ਫਿਰ ਮਾਇਆ ਸਮਰੱਥ ਹੁੰਦੀ ਹੈ ਉਹਨਾਂ ਕੋਲੇ ਮਾਇਆ ਦੀ ਸਮਰੱਥਾ ਤੇ ਬਿਰਤੀ ਵੀ ਚੰਗੀ ਹੈ। ਉਹਨਾਂ ਸਮਿਆਂ ਵਿੱਚ ਕਿਤੇ ਤਾਲ ਸਰੋਵਰ ਕੋਈ ਜਗ੍ਹਾ ਪਟਾਤੀ ਪਾਣੀ ਇਕੱਠਾ ਹੋਣ ਲਈ, ਜਾਂ ਕਿਤੇ ਕੋਈ ਬਾਗ ਲਵਾਤਾ, ਜਾਂ ਭਾਈ ਬਾਪਿਕਾ ਬੌਲੀ ਇਤਿਆਦਿਕ ਲਵਾਈ। ਲਗਾਵਤ ਹੈ ਬਿਖਰੇ ਸੁਧਾਰੈ ਮਗਰੂਰ ਹੈ। ਤੇ ਫਿਰ ਉਹ ਦੇਖੋ ਇਹੋ ਜਿਹਾ ਕੁਝ ਲਗਵਾਉਂਦੇ ਨੇ। ਬਿਖਰੇ ਸੁਧਾਰੈ ਮਗਰੂਰ ਹੈ। ਵਿਖੜਿਆਂ ਰਸਤਿਆਂ ਨੂੰ ਸੁਧਾਰਦੇ ਨੇ, ਕੋਈ ਚੌੜੇ ਰਸਤੇ ਬਣਾਉਂਦੇ, ਕੋਈ ਰਾਹ ਬਣਾਉਂਦੇ ਹਨ। ਪਰ ਹਿਤ ਸਰੀਓ ਪੈਸੇਤ ਬੰਧਵਾਵਤ ਹੈ। ਕੋਈ ਇਹੋ ਜਿਹੇ ਨੇ ਜਿਹੜੇ ਪਰਾਏ ਹਿਤ ਪਰਉਪਕਾਰ ਦੇ ਵਾਸਤੇ ਸਰੀਓ ਪੈਸੇਤ ਬੰਧਵਾਵਤ ਹੈ। ਸੇਤ ਨਾਮ ਪੁਲ ਦਾ ਹੈ ਕਿ ਜਿਵੇਂ ਨਦੀਆਂ ਆਦਿਕ ਦੇ ਉੱਤੇ ਕੋਈ ਪੁਲ ਬਣਵਾ ਦਿੰਦੇ ਹਨ। ਵੇਉ ਫਿਰ ਸੋ ਜਸ ਬਿਥਾਰੈ ਦੂਰ ਦੂਰ ਹੈ। ਤੇ ਦੇਖੋ ਉਹਨਾਂ ਦਾ ਜਿਹੜਾ ਫਿਰ ਜਸ ਹੈ ਨਾ, ਜਦੋਂ ਕੋਈ ਦੁਨੀਆ ਲੰਘਦੀ ਹੈ, ਜਿੱਥੇ ਦੇਖਿਆ ਕੋਈ ਢਾਹ ਪੱਟੀ ਹੈ, ਕਿਸੇ ਨੂੰ ਪਾਣੀ ਮਿਲ ਗਿਆ, ਉਹ ਕਹਿੰਦੇ ਧੰਨ ਹੈ ਭਾਈ, ਮਹਾਰਾਜ ਕਿਰਪਾ ਕਰੇ, ਉਹਦੇ ਬੱਚਿਆਂ ਤੱਕ ਅਸੀਸਾਂ ਦਿੰਦੇ ਆ ਜਿਹਨੇ ਤਾਲ ਪਟਾਇਆ। ਜਾਂ ਕਿਤੇ ਬਾਗ ਲਵਾਤਾ, ਛਕਣ ਵਾਸਤੇ ਹੀ ਕੁਝ ਮਿਲ ਗਏ ਦਰਖਤ ਫਲਦਾਰ, ਉੱਥੇ ਵੀ ਰਾਹੀ ਪਾਂਦੀ ਉਹਨੂੰ ਅਸੀਸਾਂ ਦਿੰਦਾ। ਕਿਤੇ ਕਿਸੇ ਨੇ ਬੌਲੀ ਲਵਾਤੀ, ਜਾਂ ਕਿਸੇ ਨੇ ਭਾਈ ਔਖਾ ਕੋਈ ਰਸਤਾ ਸੀ ਉਹਨੂੰ ਸਾਫ਼ ਸੁਥਰਾ ਕਰਵਾ ਕੇ ਸੋਹਣਾ ਬਣਾਤਾ। ਲੰਘਣ ਵਾਲੇ ਜਿਹੜੇ ਹਨ ਉਹ ਅਸੀਸਾਂ ਦਿੰਦੇ ਨੇ। ਕਿਸੇ ਨੇ ਨਦੀ ਦੇ ਉੱਤੇ ਕੋਈ ਕਿਸੇ ਤਰੀਕੇ ਉਹਨਾਂ ਸਮਿਆਂ 'ਚ ਲੱਕੜ ਆਦਿਕ ਨਾਲ ਪੁਲ ਬਣਾ ਦਿੰਦੇ ਸਨ। ਇਸ ਤਰ੍ਹਾਂ ਪੁਲ ਬਣਾ ਦਿੱਤਾ ਤਾਂ ਵੇਉ ਫਿਰ ਸੁਜਸ ਬਿਥਾਰੈ ਦੂਰ ਦੂਰ ਹੈ। ਉਹ ਜਿਹੜੇ ਰਾਹੀ ਪਾਂਧੀ ਹੁੰਦੇ ਹੈ, ਐਸੇ ਪਰਉਪਕਾਰੀ ਦਾਨੀ ਪੁਰਸ਼ਾਂ ਦਾ ਜਸ
ਦੂਰ ਦੂਰ ਤੱਕ ਫੈਲਾਉਂਦੇ ਨੇ। ਕਹਿੰਦੇ ਬਹੁਤ ਚੰਗੇ ਹਨ। ਯਾਹੇ ਤੋ ਅਪੂਰਬ ਹੈ ਬਾਤ ਜਾਨੋ ਸਾਤ। ਯਾਹੇ ਤੋ ਅਪੂਰਬ ਹੈ ਬਾਤ ਤੁਮ ਜਾਨੋ ਸਾਤ। ਹੁਣ ਕਹਿੰਦੇ ਇਹ ਜਿਹੜੀ ਤੁਸੀਂ ਗੱਲ ਕਹੀ ਹੈ ਗ੍ਰੰਥ ਬਣਾਉਣ ਦੀ, ਇਤਿਹਾਸ ਲਿਖਣ ਦੀ ਗਿਆਨੀ ਗਿਆਨ ਸਿੰਘ ਜੀ, ਇਹ ਤਾਂ ਅਪੂਰਬ ਬੜੀ ਅਨੋਖੀ ਹੈ। ਇਹ ਤਾਂ ਜਾਣੋ ਤੁਸੀਂ ਬੜੀ ਗੱਲ ਤੁਮ ਜਾਨੋ ਸੱਚੀ ਗੱਲ ਹੈ। ਇਹ ਅਨੋਖੀ ਤੁਸੀਂ ਸੇਵਾ ਪਰਉਪਕਾਰ ਕਰ ਰਹੇ ਹੋ। ਬਨ ਹੈ ਗ੍ਰੰਥ ਜਬ ਇਹੋ ਅਤ ਚਾਰੋ ਹੈ। ਇਸ ਤਰ੍ਹਾਂ ਕਹਿੰਦੇ ਸੋਹਣਾ ਸੁੰਦਰ ਬਹੁਤ ਹੀ ਸੋਹਣੇ ਗੁਰੂ ਕਾ ਇਤਿਹਾਸਕ ਇਤਿਹਾਸ ਦਾ ਗ੍ਰੰਥ ਬਣ ਜਾਵੇਗਾ ਜਿਹੜਾ ਤੁਸੀਂ ਗ੍ਰੰਥ ਲਿਖੋਗੇ। ਜੈ ਹੈ ਦੇਸ ਦੇਸਨ ਮੈਂ ਸਾਦਰ ਪਠੇਂਗੇ ਸਿੱਖ। ਤੋ ਜਿਹੜੇ ਦੇਸ਼ਾਂ ਦੇ ਸੰਤਰਾਂ ਵਿੱਚ ਦੂਰ ਦਰਾਡੇ ਬੈਠੇ ਗੁਰੂ ਕੇ ਸਿੱਖ ਸਤਿਕਾਰ ਸਹਿਤ ਇਸ ਗ੍ਰੰਥ ਨੂੰ ਪੜ੍ਹਨਗੇ, ਫਿਰ ਸੁਨੈ ਨਰ ਨਾਰ ਜਸ ਹੋਏ ਗੋ ਅਪਾਰੋ ਹੈ। ਤੇ ਜਿਹੜੇ ਭਾਈ ਮਾਈ ਭਾਈ ਸੁਣਨਗੇ, ਕੋਈ ਪੜ੍ਹਨਗੇ, ਉਹਦੇ ਨਾਲ ਦੇਖੋ ਤੁਹਾਡਾ ਜਸ ਬਹੁਤ ਫੈਲੇਗਾ, ਤੁਹਾਡੀ ਵਡਿਆਈ ਵੀ ਕਰਨਗੇ, ਧੰਨ ਕਹਿਣਗੇ। ਉਹ ਗੱਲ ਵੱਖਰੀ ਹੈ। ਹੁਣ ਤਾਂ ਕੁਝ ਪ੍ਰਚਾਰਕਾਂ ਨੇ ਠੇਕਾ ਲਿਆ ਹੋਇਆ ਕਿ ਜਿੰਨੇ ਪੁਰਾਣੇ ਇਹ ਲਿਖਾਰੀ ਇਹਨਾਂ ਦੀ ਨਿੰਦਿਆ ਕਰਨੀ ਹੈ, ਉਹ ਵੀ ਰੱਜ ਕੇ ਕਰਨੀ ਹੈ। ਇਹੋ ਜਿਹੇ ਬੋਲ ਬੋਲਦੇ ਨੇ ਕਿ ਜਿਹੜੇ ਸੁਣਨ ਉੱਤੇ ਵੀ ਨਹੀਂ ਹੈ, ਇਹੋ ਜਿਹੇ ਸ਼ਬਦ ਇਹਨਾਂ ਵਾਸਤੇ ਵਰਤਦੇ ਆ। ਭਾਈ ਸੰਤੋਖ ਸਿੰਘ ਜੀ, ਗਿਆਨੀ ਗਿਆਨ ਸਿੰਘ ਜੀ, ਜਿਨ੍ਹਾਂ ਜਾਂ ਇਤਿਹਾਸ ਪੁਰਾਣੇ, ਭਾਈ ਸੁੱਖਾ ਸਿੰਘ ਗੁਰਬਿਲਾਸ ਲਿਖਣ ਵਾਲੇ, ਤੇ ਹੋਰ ਕਿਤਨੇ ਮਹਾਨ ਗੁਰਸਿੱਖ ਜਿਹੜੇ ਹਨ, ਕਵੀ ਸੈਨਾ ਸਿੰਘ ਸੈਨਾਪਤੀ, ਹੋਰ ਬੜਿਆਂ ਨੇ ਜੋ ਗ੍ਰੰਥ ਲਿਖੇ ਨੇ, ਸਰੂਪ ਦਾਸ ਭੱਲਾ ਜੀ, ਜਿਨ੍ਹਾਂ ਨੇ ਇਤਿਹਾਸਕ ਗ੍ਰੰਥ ਲਿਖੇ। 5-7 ਐਸੇ ਪ੍ਰਚਾਰਕ ਕੌਮ ਦੇ ਵਿੱਚ ਹਨ ਜਿਨ੍ਹਾਂ ਦਾ ਕੰਮ ਇਹੀ ਹੈ ਕਿ ਉਹਨਾਂ ਨੇ ਇਹਨਾਂ ਦੀ ਗ੍ਰੰਥਾਂ ਦੀ ਵੀ ਤੇ ਇਹਨਾਂ ਲਿਖਾਰੀਆਂ ਦੀ ਵੀ ਨਿੰਦਿਆ ਕਰਨੀ। ਪਰ ਜਿਹੜੇ ਸਿਆਣੇ ਸਿੱਖ ਨੇ ਕਿੱਡਾ ਪਰਉਪਕਾਰ ਕਰ ਗਏ। ਆਪਾਂ ਤਾਂ ਪੜ੍ਹੀ ਜਾਂਦੇ ਆ, ਤੇ ਉਹਨਾਂ ਨੇ ਦੇਖੋ ਕਿਵੇਂ ਇਹ ਤੁਕਬੰਦੀ ਕੀਤੀ, ਕਿਵੇਂ ਇਤਿਹਾਸ ਲਿਖਿਆ। ਅੱਜ ਵਰਗੇ ਤਾਂ ਸਾਧਨ ਹੈ ਨਹੀਂ ਸੀ ਗੁਰਮੁਖੋ। ਉਦੋਂ ਤਾਂ ਆਉਣ ਜਾਣ ਦਾ ਵੀ ਸਾਧਨ, ਚੰਗੇ ਰਸਤੇ ਹੈ ਨਹੀਂ ਸੀ। ਫਿਰ ਕੋਈ ਮਾਇਆ ਦਾ ਪਸਾਰਾ ਨਹੀਂ ਸੀ। ਖਰਚੇ ਪੱਠੇ ਤੋਂ ਪਹਿਨਣ ਖਾਣ ਨੂੰ ਵੀ ਉਤਨਾ ਨਹੀਂ ਸੀ। ਫਿਰ ਵੀ ਪਰਉਪਕਾਰ ਵਾਸਤੇ ਲਿਖ ਕੇ ਗਏ। ਇਸ ਕਰਕੇ ਧੰਨ ਹਨ ਐਸੇ ਲਿਖਾਰੀ। ਉਹ ਸਿੱਖ ਕਹਿਣ ਲੱਗੇ ਸੋਹਣਾ ਸੁੰਦਰ ਇਹ ਗ੍ਰੰਥ ਜਦੋਂ ਕੋਈ ਪੜ੍ਹਨਗੇ ਸੁਣਨਗੇ ਤਾਂ ਭਾਈ ਬਹੁਤ ਜਸ ਹੋਵੇਗਾ। ਗਾਥ ਗੁਰ ਘਰ ਕੀ ਮਹਾਨ ਜੋ ਪਛਾਨ ਪਰੈ। ਨਾਲੇ ਭਾਈ ਪੜ੍ਹਨ ਸੁਣਨ ਵਾਲਿਆਂ ਨੂੰ ਗੁਰੂ ਘਰ ਦੀ ਮਹਾਨ ਗਾਥਾ ਕਥਾ ਇਹਦੇ ਬਾਰੇ ਪਤਾ ਲੱਗ ਜਾਵੇਗਾ। ਬਿਆਨ ਓ ਭੂਪਨ ਕਾ ਜਾਨ ਪਰੈ ਸਾਰੋ ਹੈ। ਫਿਰ ਬਿਆਨ ਨਾਮ ਹੈ ਹਾਲ ਦਾ। ਨਾਲੇ ਭਾਈ ਜਿਵੇਂ ਰਾਜ ਕੀਤਾ ਮਹਾਰਾਜਾ ਰਣਜੀਤ ਸਿੰਘ ਨੇ, ਫੂਲਕਿਆਂ ਨੇ, ਹੋਰ ਕਿਤਨੇ, ਉਹਨਾਂ ਦਾ ਵੀ ਸਾਰਾ ਕੁਝ ਪੜ੍ਹਨ ਸੁਣਨ ਵਾਲਿਆਂ ਨੂੰ ਪਤਾ ਲੱਗ ਜਾਵੇਗਾ। ਸਿੰਘਨ ਕਾ ਮਜਬ ਗਜਬ ਇਹ ਅਜਬ ਸੋ। ਬਾਕੀ ਇਹ ਸਿੰਘਾਂ ਦਾ ਜਿਹੜਾ ਮਜਬ ਹੈ ਪਤਾ ਲੱਗ ਜੂ ਕਿ ਕੈਸਾ ਗਜਬ ਹੈ, ਕੈਸਾ ਇਹ ਗਜਬ ਜੋ ਅਜਬ ਅਸਚਰਜ ਤੇ ਕਹਿਰ ਪਾਉਣ ਵਾਲਾ, ਦੁਸ਼ਮਣਾਂ ਦੇ ਉੱਤੇ ਕਹਿਰ ਢਾਉਣ ਵਾਲਾ ਇਹ ਮਜਬ ਪੰਥ। ਪਰੈ ਗੋ ਪਛਾਨ ਹਿੰਦੂ ਤੁਰਕਨ ਤੇ ਨਿਆਰੋ ਹੈ। ਨਾਲੇ ਭਾਈ ਪਤਾ ਲੱਗ ਜੂਗਾ, ਕਹਿਣ ਲੱਗੇ ਸਿੱਖ ਗਿਆਨੀ ਗਿਆਨ ਸਿੰਘ ਜੀ, ਇਹ ਜਿਹੜਾ ਪੰਥ ਖਾਲਸਾ ਹੈ ਇਹ ਹਿੰਦੂ ਤੁਰਕਾਂ ਤੋਂ ਨਿਆਰਾ ਹੈ। ਮਨੀ ਸਿੰਘ, ਤਾਰੂ ਸਿੰਘ, ਆਦਿਕ ਅਧਿਕ ਸਿੰਘ। ਫਿਰ ਜਿਵੇਂ ਵੱਡੇ ਮਹਾਨ ਸ਼ਹੀਦ ਸਾਡੇ ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ ਇਤਿਆਦਿਕ ਹੋਰ ਬੇਅੰਤ ਸਿੰਘ। ਹਠ ਜੋ ਸਦਕ ਸਿੱਖੀ ਸਿਰ ਸੋ ਨਿਭਾਹੇਂਗੇ। ਕਹਿੰਦੇ ਜਿਨ੍ਹਾਂ ਨੇ ਹਠ ਨਾਲ ਸਿੱਖੀ ਸਿਦਕ ਨੂੰ ਨਿਭਾਇਆ ਹੈ। ਕਰੀ ਜਿਨ ਜਗਤ ਤੇ ਜਵਨੋਂ ਕੀ ਦੂਰ ਜਰ। ਤੇ ਜਿਨ੍ਹਾਂ ਸਿੰਘਾਂ ਨੇ ਇਸ ਜਗਤ ਤੋਂ, ਹਿੰਦੁਸਤਾਨ ਦੀ ਧਰਤੀ ਤੋਂ ਤੁਰਕਾਂ ਦੀ ਜੜ ਨੂੰ ਪੁੱਟਿਆ, ਜੜ ਦੂਰ ਕੀਤੀ। ਇਸ ਗ੍ਰੰਥ ਨੀਕ ਤੈ ਸੋ ਠੀਕ ਜਾਣੇ ਜਾਹੇਂਗੇ।
ਇਉਂ ਪੜ੍ਹਨ ਸੁਣਨ ਵਾਲੇ ਜਦੋਂ ਇਸ ਗ੍ਰੰਥ ਨੂੰ ਪੜ੍ਹਨਗੇ ਤਾਂ ਉਹ ਭਾਈ ਸਹੀ ਤਰੀਕੇ ਨਾਲ ਜਾਣਗੇ। ਹੇਰ ਗੁਰ ਸਿੱਖਨ ਕੀ ਘਾਲਣਾ ਵਿਸਾਲ ਫੇਰ। ਕਹਿੰਦੇ ਐਸੀ ਗੁਰ ਸਿੱਖਾਂ ਦੀ ਮਹਾਨ ਘਾਲਣਾ ਨੂੰ ਪੜ੍ਹ ਸੁਣ ਕੇ ਜਿਹੜੇ ਕੋਈ ਭਾਈ ਪੜ੍ਹਨਗੇ ਸੁਣਨਗੇ ਕਿ ਸਾਡੇ ਪੁਰਾਤਨ ਗੁਰ ਸਿੱਖਾਂ ਨੇ ਕਿਵੇਂ ਘਾਲਣਾ ਘਾਲੀਆਂ, ਕਿਵੇਂ ਦੇਖੋ ਸ਼ਹੀਦੀਆਂ ਦਿੱਤੀਆਂ ਹਨ, ਕਿਸ ਤਰ੍ਹਾਂ ਸਿੱਖੀ ਸਿਦਕ ਕਮਾਇਆ। ਔਰ ਗੁਰ ਸਿੱਖ ਢੇਰ ਸਿਦਕ ਕਮਾਹੇਂਗੇ। ਇਸ ਗੱਲ ਨੂੰ ਸੁਣ ਪੜ੍ਹ ਕੇ ਹੋਰ ਵੀ ਜਿਹੜੇ ਗੁਰ ਸਿੱਖ ਹੈ ਉਹ ਬਹੁਤਾ ਜ਼ਿਆਦਾ ਸਿਦਕ ਕਮਾਉਣਗੇ, ਸਿੱਖੀ ਨੂੰ ਕਮਾਉਣਗੇ। ਔਰ ਜਯੋ ਬਿਲਛ ਲਛ ਭਏ ਦਲ ਸਿੰਘਨ ਕੇ। ਬਾਕੀ ਹੋਰ ਜਿਹੜੇ ਵੱਖਰੇ ਵਿਲੱਖਣ ਜੇ ਦੇਖੋ ਐਸੇ ਅਨੋਖੇ ਸਿੰਘਾਂ ਦੇ ਦਲ ਹੋਏ। ਰਚਕ ਪ੍ਰਤੱਛ ਹਿੰਦ ਧਰਮ ਕੇ ਲਖਾਹੇਂਗੇ। ਇਹ ਪ੍ਰਤੱਖ ਰੂਪ ਦੇ ਵਿੱਚ ਇਹ ਜਾਣੇ ਜਾਣਗੇ ਕਿ ਇਹਨਾਂ ਕਿਸ ਤਰ੍ਹਾਂ ਹਿੰਦ ਧਰਮ, ਹਿੰਦ ਵਾਸੀਆਂ ਦੇ ਧਰਮ ਦੀ ਰੱਖਿਆ ਕੀਤੀ। ਤਾਂ ਤੇ ਅਬ ਤਿਆਗ ਦੇਰ ਛੋੜ ਔਰ ਏਰ ਫੇਰ। ਇਸ ਕਰਕੇ ਸਿੰਘਾਂ ਨੇ ਕਿਹਾ ਗਿਆਨੀ ਗਿਆਨ ਸਿੰਘ ਜੀ ਨੂੰ ਕਿ ਹੁਣ ਤੁਸੀਂ ਦੇਰੀ ਛੱਡ ਕੇ, ਟਾਲ ਮਟੋਲ ਛੱਡ ਕੇ, ਹੋਰ ਪਾਸਿਓਂ ਸਾਰੇ ਖਿਆਲ ਛੱਡ ਕੇ ਕੀਜੀਏ ਸ਼ਤਾਬ ਗ੍ਰੰਥ ਪੰਥ ਕਾ ਤਿਆਰ ਹੈ। ਛੇਤੀ ਹੀ ਇਸ ਪੰਥ ਦਾ ਗ੍ਰੰਥ ਜਾਂ ਜਿਹੜਾ ਸ੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥ ਹੈ ਇਹਨੂੰ ਛੇਤੀ ਤਿਆਰ ਕਰ ਦਿਓ। ਕੀਨੋ ਹੈ ਮਨੋਰਥ ਜੋ ਆਪ ਨੇ ਮਹਾਨ ਇਹੋ। ਸਿੰਘਾਂ ਕਿਹਾ ਗਿਆਨੀ ਗਿਆਨ ਸਿੰਘ ਜੀ ਜੋ ਤੁਸੀਂ ਇਹ ਬਹੁਤ ਵੱਡਾ ਮਨੋਰਥ ਉਦਮ ਕੀਤਾ ਹੈ, ਪਰਉਪਕਾਰ ਹੇਤ ਅਧਿਕ ਉਦਾਰ ਹੈ। ਇਹ ਤਾਂ ਪਰਉਪਕਾਰ ਦੇ ਵਾਸਤੇ ਬਹੁਤ ਹੀ ਸ੍ਰੇਸ਼ਟ ਕਾਰਜ ਹੈ। ਕਰ ਹੈ ਸੰਪੂਰਨ ਪੂਰਨ ਗੁਰ ਗ੍ਰੰਥ ਇਹੋ। ਇਸ ਕਰਕੇ ਜਿਹੜਾ ਤੁਸੀਂ ਸ੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥ ਇਹ ਤੁਹਾਡਾ ਸੰਪੂਰਨ ਹੋਵੇ ਕਰ ਲਵੋ। ਤੂਰਨ ਤਮਾਮ ਤੇਰੇ ਬਿਘਨ ਬਿਡਾਰ ਹੈ। ਤੇ ਗੁਰੂ ਸਾਹਿਬ ਕਿਰਪਾ ਕਰ ਦੇਣਗੇ। ਜਦੋਂ ਤੂੰ ਇਤਿਹਾਸ ਲਿਖੇਗਾ ਗੁਰੂ ਸਾਹਿਬ ਜੀ ਤੇਰੇ ਵੱਡੇ ਤੋਂ ਵੱਡੇ ਬਿਘਨਾਂ ਨੂੰ ਵੀ ਨਾਸ਼ ਕਰ ਦੇਣਗੇ। ਜਾਹੇ ਮਾਹੇ ਆਹੇ ਜਸ ਪੰਥ ਕਾ ਅਥਾਹੇ ਲਿਖਿਓ। ਜਿਹਦੇ ਵਿੱਚ ਇਹ ਭਾਈ ਖਾਲਸੇ ਪੰਥ ਦਾ ਤੁਸੀਂ ਜੋ ਅਥਾਹ ਇਤਿਹਾਸ ਪੰਥ ਦਾ ਜਿਹੜੇ ਕੌਤਕ ਨੇ ਉਹ ਲਿਖੇ। ਹੋਏ ਹੈ ਜ਼ਰੂਰ ਪੂਰ ਆਸਿਕ ਹਮਾਰ ਹੈ। ਇਉਂ ਸਿੰਘ ਕਹਿਣ ਲੱਗੇ ਗਿਆਨੀ ਗਿਆਨ ਸਿੰਘ ਜੀ ਫਿਰ ਸਾਡੀਆਂ ਵੀ ਤੁਹਾਨੂੰ ਪੂਰੀਆਂ ਸੀਸਾਂ ਹਨ ਕਿ ਤੁਸੀਂ ਐਸਾ ਇਤਿਹਾਸ ਲਿਖ ਰਹੇ ਹੋ। ਐਸੇ ਗੁਰ ਸਿੱਖਨ ਵਿਚਖਨ ਸੋ ਮੁਖਨ ਕੀ। ਇਉਂ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਭਾਈ ਐਸੇ ਸਿਆਣੇ ਗੁਰਸਿੱਖ ਬਹੁਤ ਹੀ ਮੁਖੀ ਗੁਰਸਿੱਖਾਂ ਦੀ ਆਏ ਸੋ ਆਸ ਖਾਲੈ ਸੰਮਤੀ ਸੋ ਸਾਰ ਹੈ। ਮੈਂ ਆਗਿਆ ਲਈ, ਅਸ਼ੀਰਵਾਦ ਲਈ, ਸਲਾਹ ਲਈ ਜੋ ਮੈਨੂੰ ਚੰਗੀ ਸ੍ਰੇਸ਼ਟ ਉਹਨਾਂ ਸਲਾਹ ਦਿੱਤੀ। ਪੰਥਨ ਮੈਂ ਪੰਥ ਗੁਰੂ ਖਾਲਸਾ ਮਹਾਨ ਪੰਥ। ਪੰਥਾਂ ਦੇ ਵਿੱਚੋਂ ਪੰਥ ਕਿਹੜਾ ਹੈ? ਗੁਰੂ ਖਾਲਸਾ ਸਭ ਤੋਂ ਵੱਡਾ ਪੰਥ ਹੈ ਗੁਰੂ ਕੇ ਖਾਲਸੇ ਦਾ। ਤਿਨ ਕੇ ਬਿਰਤੰਤ ਕਾ ਗ੍ਰੰਥ ਰਚੋਂ ਚਾਰ ਹੈ। ਤੋ ਹੁਣ ਭਾਈ ਉਹਨਾਂ ਦੇ ਮੈਂ ਬਿਰਤਾਂਤ ਦਾ, ਪੰਥ ਖਾਲਸੇ ਦੇ ਬਿਰਤਾਂਤ ਦਾ ਸੋਹਣਾ ਸੁੰਦਰ ਇੱਕ ਗ੍ਰੰਥ ਰਚਣ ਲੱਗਿਆ ਹਾਂ। ਯਦਪ ਸੁਜਸ ਗੁਰੂ ਘਰ ਕਾ ਮਹਾਨ ਆਗੇ। ਜਦਪ ਕਹੀਏ ਭਾਵੇਂ ਕਹਿੰਦਾ ਕਿ ਗੁਰੂ ਘਰ ਦਾ ਜਿਹੜਾ ਭਾਈ ਜਸ ਹੈ ਉਹ ਬਹੁਤ ਜ਼ਿਆਦੇ ਹੈ। ਗੁਰੂ ਘਰ ਦੀ ਮਹਿਮਾ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਕਰਿਓ ਹੈ ਉਚਾਰ ਗੁਰ ਸਿੱਖਨ ਅਪਾਰ ਹੈ। ਤੇ ਹੋਰ ਵੀ ਬਹੁਤ ਗੁਰਸਿੱਖਾਂ ਨੇ ਇਹ ਗੁਰੂ ਘਰ ਦਾ ਇਤਿਹਾਸ ਲਿਖਿਆ, ਉਚਾਰਿਆ ਹੈ। ਭਾਵ ਪਹਿਲਾਂ ਵੀ ਇਤਿਹਾਸ ਤੇ ਲਿਖਿਆ ਹੋਇਆ ਹੈ। ਕਿਉਂਕਿ ਕੋਈ ਇਹ ਕਹਿ ਸਕਦਾ ਇਤਿਹਾਸ ਪਹਿਲਾਂ ਵੀ ਲਿਖਿਆ, ਤੁਹਾਨੂੰ ਕੀ ਲਿਖਣ ਦੀ ਲੋੜ ਪੈ ਗਈ? ਤਾਂ ਦੱਸਿਆ ਹੈ ਤਦਪ ਮੈਂ ਸਫਲ ਕਰਨ ਹਿਤ ਬਾਣੀ ਨਿਜ। ਕਹਿੰਦੇ ਤਾਂ ਵੀ ਮੈਂ ਤਾਂ ਭਾਈ ਆਪਣੀ ਬਾਣੀ ਕਵਿਤਾ ਨੂੰ ਸਫਲ ਕਰਨ ਦੇ ਵਾਸਤੇ
ਸੋ ਜਸ ਮਹਾਨੀ ਕਰੋ ਪੰਥ ਕਾ ਉਚਾਰ ਹੈ। ਇਹ ਜੋ ਪੰਥ ਦਾ ਮਹਾਨ ਜਸ ਹੈ, ਸ੍ਰੇਸ਼ਟ ਜਸ ਹੈ, ਉਹ ਉਚਾਰਨ ਕਰਦਾ ਹਾਂ। ਜੈਸੇ ਬਹੁ ਕਵਨ ਰਮੈਣ ਰਚੇ ਹੈ ਬਹੁ। ਕਹਿੰਦੇ ਹੁਣ ਇਹ ਤਾਂ ਨਹੀਂ ਹੋ ਸਕਦਾ ਕਿ ਇੱਕ ਨੇ ਲਿਖਤਾ ਕੋਈ ਹੋਰ ਨੂੰ ਮਨਾਹੀ ਹੈ। ਦੇਖੋ ਕਿੰਨੇ ਹੋਰ ਜਿਸ ਤਰ੍ਹਾਂ ਦੇ ਕਵੀਆਂ ਨੇ ਰਮਾਇਣ ਦੇ ਗ੍ਰੰਥ ਕਿੰਨਿਆਂ ਨੇ ਰਚੇ ਹੈ। ਭਾਵੇਂ ਕਿ ਤੁਲਸੀ ਰਮਾਇਣ ਹੈ, ਉਸ ਤੋਂ ਪਹਿਲਾਂ ਵਾਲਮੀਕੀ ਰਮਾਇਣ ਮੌਜੂਦ ਸੀ, ਹੋਰ ਬੜਿਆਂ ਨੇ ਰਮਾਇਣਾਂ ਲਿਖੀਆਂ। ਇਸ ਕਰਕੇ ਲਿਖਿਆ ਤਾਂ ਬਹੁਤ ਜਾਣਿਆਂ ਨੇ, ਉਹ ਵੀ ਤੇ ਕਿਤਨਿਆਂ ਨੇ ਕਹਾਣੀ ਕਥਾ ਤਾਂ ਇੱਕ ਹੀ ਹੈ, ਪਰ ਲਿਖਣ ਵਾਲਿਆਂ ਨੇ ਆਪਣੀ ਭਾਵਨਾ ਨਾਲ ਸਭ ਲਿਖੀ ਹੈ। ਤੈਸੇ ਗੁਰ ਗਾਥ ਰਚੀ ਸਿੱਖਨ ਸੁਜਾਨ ਹੋਇ। ਇਸੇ ਤਰ੍ਹਾਂ ਭਾਈ ਬਹੁਤ ਸਿਆਣੇ ਸਿਆਣੇ ਗੁਰੂ ਕੇ ਸਿੱਖਾਂ ਨੇ ਗੁਰੂ ਮਹਾਰਾਜ ਦੇ ਘਰ ਦੀ ਇਹ ਕਥਾ ਨੂੰ ਲਿਖਿਆ ਹੈ। ਗਰੁੜ ਮਸ਼ਕ ਆਦ ਗਗਨ ਉਡਤ ਖਗ। ਫਿਰ ਦੱਸਦੇ ਨੇ ਕਿ ਜਿਹੜਾ ਗੁਰੂ ਘਰ ਦਾ ਇਤਿਹਾਸ ਹੈ, ਗੁਰੂ ਖਾਲਸੇ ਦਾ, ਗੁਰੂ ਮਹਾਰਾਜ ਦਾ, ਇਹ ਬਹੁਤ ਮਹਾਨ ਹੈ। ਗਰੁੜ ਮਸ਼ਕ ਆਦ ਗਗਨ ਉਡਤ ਖਗ। ਦੇਖੋ ਗਰੁੜ ਤੋਂ ਲੈ ਕੇ ਮੱਛਰ ਤੱਕ ਬੇਅੰਤ ਪੰਛੀ ਹੈ, ਉਹ ਆਕਾਸ਼ ਦੇ ਵਿੱਚ ਉੱਡਦੇ ਹਨ। ਲਹਿਤ ਨ ਅੰਤ ਅੰਤ ਧਰ ਅਵਸਾਨ ਹੋਇ। ਪਰ ਉਹ ਆਕਾਸ਼ ਦਾ ਅੰਤ ਤਾਂ ਨਹੀਂ ਨਾ ਪਾ ਸਕਦੇ, ਸਗੋਂ ਅੰਤ ਨੂੰ ਮੌਤ ਧਾਰ ਲੈਂਦੇ, ਅੰਤ ਨੂੰ ਉਹਨਾਂ ਦਾ ਅੰਤ ਹੋ ਜਾਂਦਾ ਹੈ, ਆਕਾਸ਼ ਦਾ ਕੋਈ ਅੰਤ ਨਹੀਂ। ਗਾਥ ਗੁਰ ਪੰਥ ਕੀ ਅਥਾਹੇ ਥਾਹੇ ਕੌਣ ਲਹੈ। ਇਸੇ ਤਰ੍ਹਾਂ ਭਾਈ ਗੁਰੂ ਕੀ ਤੇ ਗੁਰੂ ਕੇ ਪੰਥ ਦੀ ਜਿਹੜੀ ਗਾਥ ਹੈ, ਕਥਾ ਹੈ, ਕਹਾ ਜੋ ਇਤਿਹਾਸ ਹੈ, ਇਹ ਅਥਾਹ ਹੈ। ਥਾਹੇ ਕੌਣ ਲਹੈ, ਇਹਦੀ ਥਾਹ ਕੌਣ ਲੈ ਸਕਦਾ ਹੈ। ਬੁੱਧ ਬਲ ਲਾਏ ਕਹੈ ਸਭ ਹੀ ਸੁਜਾਨ ਹੋਇ। ਸਾਰੇ ਹੀ ਚੰਗੇ ਸਿਆਣੇ ਪੁਰਸ਼ ਆਪਣਾ ਬੁੱਧੀ ਬਲ ਲਾ ਕੇ ਜਿੰਨਾ ਮਾਲਕ ਨੇ ਬਖਸ਼ਿਆ ਉਤਨਾ ਉਹ ਗੁਰੂ ਕੀ ਕਥਾ ਕਹਾਣੀਆਂ ਨੂੰ ਕਹਿੰਦੇ ਹਨ। ਤਿਨ ਮੈਂ ਮਸ਼ਕ ਸਮ ਹਮ ਕਮ ਕਵਿ ਅਬ। ਕਹਿੰਦੇ ਐਸੇ ਸਿਆਣੇ ਵਿਦਵਾਨਾਂ ਕਵੀਆਂ ਜਿਨ੍ਹਾਂ ਇਤਿਹਾਸ ਕਿਹਾ, ਸਿਆਣਿਆਂ ਨੇ ਬੁੱਧੀ ਬਲ ਦੁਆਰਾ, ਤੋ ਉਹਨਾਂ ਦੇ ਵਿੱਚ ਮੈਨੂੰ ਤਾਂ ਮੱਛਰ ਦੇ ਵਾਂਗੂ ਜਾਣ ਲਵੋ। ਮਸ਼ਕ ਸਮ ਹਮ ਕਮ ਕਵ ਅਬ। ਮੈਂ ਤਾਂ ਬਹੁਤ ਹੀ ਛੋਟਾ ਕਵੀ ਹਾਂ। ਚਾਹੇ ਗਾਥ ਗਗਨ ਮੈਂ ਮਗਨ ਮਹਾਨ ਹੋਇ। ਤੇ ਜਾਣੋ ਮੈਂ ਭਾਈ ਇਹ ਕਥਾ ਰੂਪੀ ਆਕਾਸ਼ ਦੇ ਵਿੱਚ ਉੱਡਣਾ ਚਾਹੁੰਦਾ। ਛੋਟਾ ਜਿਹਾ ਮੱਛਰ, ਮੈਂ ਵੀ ਇਸ ਆਕਾਸ਼ ਦਾ ਆਨੰਦ ਮਾਣਨਾ ਚਾਹੁੰਦਾ ਹਾਂ। ਦਾਰ ਪੂਤਰੀ ਕੇ ਸਮ ਜੀ ਜਾਨ ਲੈ ਹੋ ਮਮ। ਤੇ ਇਹ ਵੀ ਦੱਸ ਰਹੇ ਕਿ ਦੇਖੋ ਕਿਤਨੀ ਨਿਮਰਤਾ। ਦਾਰ ਪੂਤਰੀ, ਦਾਰ ਨਾਮ ਲੱਕੜ ਦਾ ਹੈ, ਪੂਤਰੀ ਤੋਂ ਭਾਵ ਹੈ ਪੁਤਲੀ। ਜਿਵੇਂ ਲੱਕੜ ਦੀਆਂ ਪੁਤਲੀਆਂ ਹਨ, ਕਾਠ ਕੀ ਪੁਤਲੀ ਬਾਣੀ ਵਿੱਚ ਵੀ ਆਉਂਦਾ, ਕਾਠ ਕੀ ਪੁਤਲੀ ਦਾ, ਉਹਦੇ ਸਮਾਨ ਹੀ ਕਹਿੰਦੇ ਭਾਈ ਮੈਨੂੰ ਤਾਂ ਕਾਠ ਦੀਆਂ ਪੁਤਲੀਆਂ ਵਾਂਗੂ ਜਾਣ ਲਵੋ। ਸ੍ਰੀ ਗੁਰੂ ਨਾਟ ਜਿਉ ਪ੍ਰੇਰੈ ਤਿਉ ਉਚਾਰ ਹੈ। ਜਿਵੇਂ ਉਹਨਾਂ ਪੁਤਲੀਆਂ ਨੂੰ ਨਾਟਕ ਕਰਨ ਵਾਲਾ ਉਹ ਜਿਵੇਂ ਨਚਾਉਂਦਾ, ਇਸੇ ਤਰ੍ਹਾਂ ਗੁਰੂ ਸਾਹਿਬ ਜੀ ਜਿਵੇਂ ਮੈਨੂੰ ਪ੍ਰੇਰਦੇ ਨੇ, ਉਸੇ ਤਰ੍ਹਾਂ ਮੈਂ ਇਹ ਇਤਿਹਾਸ ਕਹਿ ਰਿਹਾ ਹਾਂ। ਜਾਨਤ ਨਾ ਉਕਤ ਅਨੁਕਤ ਜੁਗਤ ਬਾਰ। ਫਿਰ ਇਹ ਕਹਿੰਦੇ ਕਿ ਮੈਂ ਉਕਤੀਆਂ ਜੁਗਤੀਆਂ ਇਤਿਆਦਿਕ ਚੰਗੀਆਂ ਦਲੀਲਾਂ ਨਹੀਂ ਜਾਣਦਾ। ਇੱਕ ਹੁੰਦੀ ਹੈ ਉਕਤੀ, ਇੱਕ ਹੁੰਦੀ ਹੈ ਉਕਤ ਅਨੁਕਤ। ਉਕਤੀਆਂ ਜੁਗਤੀਆਂ, ਕਿਹੜੀ ਗੱਲ ਕਿੱਥੇ ਕਹਿਣੀ ਹੈ ਉਹਨੂੰ ਕਿਹਾ ਜਾਂਦਾ ਉਕਤ। ਕਿਹੜੀ ਗੱਲ ਕਿੱਥੇ ਨਹੀਂ ਕਹਿਣੀ ਜਾਂ ਕਹਿਣ ਯੋਗ ਨਹੀਂ ਹੈ ਉਹਨੂੰ ਕਹਿੰਦੇ ਨੇ ਅਨੁਕਤ। ਇਹ ਜਾਣੋ ਕਿ ਇਸ ਤਰ੍ਹਾਂ ਜਿੰਨੀਆਂ ਨੇ ਇਹ ਮੈਂ ਨਹੀਂ ਜਾਣਦਾ ਹਾਂ। ਜਮਕ ਦਮਕ ਰਸ ਰੀਤ ਅਲੰਕਾਰ ਹੈ। ਇਹ ਜਿਵੇਂ ਸ਼ਬਦਾ ਅਲੰਕਾਰ, ਇੱਕ ਜਿਹਦੇ ਵਿੱਚ ਪਦ ਅਨੇਕਾਂ ਵਾਰੀ ਆ ਜੇ ਤੇ ਅਰਥ ਵੱਖਰਾ ਵੱਖਰਾ ਹੋਵੇ, ਉਹਨੂੰ ਕਹਿੰਦੇ ਨੇ ਸ਼ਬਦਾ ਅਲੰਕਾਰ। ਜਮਕ ਦਮਕ ਰਸ ਰੀਤ ਅਲੰਕਾਰ ਹੈ। ਜਮਕ ਦਮਕ ਜਿਵੇਂ ਇਹ ਅਲੰਕਾਰ ਜਿੰਨੇ ਵੀ ਹਨ, ਭਾਵ ਕਿਤੇ ਕਵੀ
ਅਨੁਸਾਰ ਨਾ 9 ਰਸ ਹੁੰਦੇ ਨੇ। ਜਮਕ ਦਮਕ। ਜਮਕ ਦਾ ਭਾਵ ਉਹ ਚੀਜ਼ ਕਿ ਸ਼ਬਦਾ ਅਲੰਕਾਰ ਵਾਂਗੂ। ਇੱਕ ਸ਼ਬਦ ਕਿਸੇ ਤੁਕ ਵਿੱਚ ਅਨੇਕਾਂ ਵਾਰੀ ਆ ਗਿਆ। ਜਿਵੇਂ ਆਪਾਂ ਮੰਗਲਾਂ ਦੇ ਵਿੱਚ ਅੱਖਰ ਸ਼ਬਦ ਆਇਆ ਸੀ। ਅੱਖਰਾਂ ਨੂੰ ਵੀ ਕਹਿੰਦੇ ਆ, ਅਖਾਰ ਨਾਮ ਬ੍ਰਹਮ ਨੂੰ ਵੀ ਕਿਹਾ। ਇਸੇ ਤਰ੍ਹਾਂ ਜਿਵੇਂ ਬਚਨ ਆਉਂਦਾ ਹੈ, ਅਰਜਨ ਗੁਰ ਅਰਜਨ ਤਰੁ ਅਰਜਨ ਸਵਾਨ ਸਮਾਨ। ਅਰਜਨ ਜਸ ਅਰਜਨ ਕਰਿਓ ਅਰਜਨ ਤੂਲ ਜਨਾਨ। ਇਸ ਤਰ੍ਹਾਂ ਜਿਹੜੇ ਸ਼ਬਦ ਬਹੁਤ ਆਉਂਦੇ ਆ। ਅਰਜਨ ਗੁਰ ਅਰਜਨ ਤਰੁ ਅਰਜਨ ਸਵਾਨ ਸਮਾਨ। ਕਈ ਹੁਣ ਇੱਥੇ ਤਿੰਨੇ ਜਗ੍ਹਾ ਤੇ ਅਰਜਨ ਦੇ ਅਰਥ ਵੱਖਰੇ ਵੱਖਰੇ। ਅਰਜਨ ਜਸ ਅਰਜਨ ਕਰਿਓ। ਅਰਜਨ ਗੁਰੂ ਅਰਜਨ ਦੇਵ ਪਾਤਸ਼ਾਹ ਵੀ ਹੈ। ਅਰਜਨ ਮਹਾਭਾਰਤ ਦੇ ਵਿੱਚ 5 ਪਾਂਡਵਾਂ ਚੋਂ ਵੀ ਅਰਜਨ ਹੋਇਆ। ਅਰਜਨ ਅਰ ਨਾਮ ਬੈਰੀ ਦਾ ਵੀ ਹੈ ਅਰਜਨ। ਤੇ ਇਸ ਤਰ੍ਹਾਂ ਦੇ ਸ਼ਬਦ ਬਹੁਤ ਆਉਂਦੇ ਹਨ। ਜਮਕ ਦਮਕ ਰਸ ਰੀਤ ਅਲੰਕਾਰ ਹੈ। ਦਮਕ ਨਾਮ ਪ੍ਰਕਾਸ਼ ਦਾ ਤੇ ਇਹ ਜਿਵੇਂ ਮਨ ਦੇ ਵਿੱਚ ਕੋਈ ਭਾਵ ਪੈਦਾ ਹੋ ਜੇ, ਕਵਿਤਾ ਪੜ੍ਹਨ ਸੁਣਨ ਨਾਟਕ ਦੇਖਣ ਤੋਂ ਪੈਦਾ ਹੋ ਜਾਂਦਾ ਕੋਈ, ਉਹ ਰਸ ਕਹਿ ਦਿੰਦੇ ਆ। ਅੱਗੇ ਦਮਕ, ਅੱਗੇ ਆ ਗਏ ਰਸ। ਰਸ ਹੁੰਦੇ ਨੇ 9, ਜਿਵੇਂ ਕਵਿਤਾ ਦੇ 9 ਰਸ ਮੰਨੇ ਆ। ਇਹ ਸ਼ਿੰਗਾਰ ਰਸ ਉਹ ਕਵਿਤਾ ਜੀ ਦੇ ਵਿੱਚ, ਜਿਵੇਂ ਆਪਾਂ ਭਾਈ ਸੰਤੋਖ ਸਿੰਘ ਜੀ ਦਾ ਜਦੋਂ ਇਤਿਹਾਸ ਪੜ੍ਹਦੇ ਸੀ ਤੇ ਉਹ ਸ਼ਿੰਗਾਰ ਰਸ ਵੀ ਲਿਖਦੇ ਆ। ਸ਼ਿੰਗਾਰ ਰਸ ਦੇਖੋ, ਜਦੋਂ ਮਹਾਰਾਜ ਦੇ ਕੋਈ 10ਵੇਂ ਪਾਤਸ਼ਾਹ ਮਹਾਰਾਜ ਦਾ ਬਾਲ ਰੂਪ ਦੇ ਵਿੱਚ ਪਟਨੇ ਦੀ ਧਰਤੀ ਤੇ ਤੁਰੇ ਫਿਰਦਿਆਂ ਦਾ ਲਿਖਦੇ ਨੇ, ਪੈਰਾਂ ਵਿੱਚ ਝਾਂਜਰਾਂ ਛਣਕਦੀਆਂ, ਲੱਕ ਨਾ ਤੜਾਗੀ। ਇਹ ਕਹਿੰਦੇ ਦਾ ਭਾਵ ਇਹ ਨਹੀਂ ਕਿ ਮਹਾਰਾਜ ਪਾਉਂਦੇ ਸਾਨੂੰ ਕੋਈ ਗੁਰੂ ਘਰ ਦੇ ਵਿੱਚ ਤੜਾਗੀਆਂ ਬੰਦੀਆਂ ਜਾਂਦੀ। ਉਹ ਸ਼ਿੰਗਾਰ ਰਸ ਹੁੰਦਾ ਹੈ। ਕਹਿਣ ਦਾ ਭਾਵ ਕਿ ਉਹ ਗੱਲ ਵੀ ਕਹਿ ਦਿੰਦੇ ਆ, ਜਿਵੇਂ ਉਪਮਾ ਕਰਦਿਆਂ ਸਰੋਵਰ ਦੀ। ਸੋਹਣਾ ਸੁੰਦਰ ਸਰੋਵਰ ਹੈ, ਉਹਦਾ ਬਹੁਤ ਹੀ ਨਿਰਮਲ ਪਾਣੀ ਹੈ, ਉੱਥੇ ਚਿੱਟਾ ਪੱਥਰ ਹੈ, ਪੱਥਰ ਬਹੁਤ ਸੁੰਦਰ ਹੈ, ਉਹ ਚਮਕਦਾ ਜਿਵੇਂ ਮਣੀਆਂ ਚਮਕਦੀਆਂ, ਉਹਦੇ ਵਿੱਚ ਕਮਲ ਦੇ ਫੁੱਲ ਸ਼ੋਭਦੇ ਹਨ, ਭੌਰੇ ਗੁੰਜਾਰਾਂ ਪਾਉਂਦੇ ਨੇ। ਇਹ ਕਹਿਣ ਦਾ ਭਾਵ ਹੁੰਦਾ ਕਿ ਕੁਝ ਗੱਲਾਂ ਨਾਲ ਲਾ ਕੇ ਕਵਿਤਾ ਨੂੰ ਸ਼ਿੰਗਾਰਿਆ ਜਾਂਦਾ ਹੈ। ਜਾਂ ਜਿਵੇਂ ਵਿਆਹ ਦਾ, ਮਹਾਰਾਜ ਦੇ ਕਿਸੇ ਵੀ ਗੁਰੂ ਸਾਹਿਬਾਨ ਦੇ ਵਿਆਹ ਦਾ ਨਕਸ਼ਾ, ਜਾਂ ਗੁਰੂ ਪੁੱਤਰਾਂ ਦੇ ਵਿਆਹ ਦਾ ਦੇਖੋ ਕਿੰਨਾ ਭਾਈ ਸੰਤੋਖ ਸਿੰਘ ਜੀ ਨੇ ਵਿਸਥਾਰ ਕੀਤਾ। ਉਹ ਕਵਿਤਾ ਦਾ ਸ਼ਿੰਗਾਰ ਰਸ ਹੈ। ਜਿਨ੍ਹਾਂ ਨੂੰ ਪਤਾ ਨਹੀਂ ਉਹ ਫਿਰ ਐਵੇਂ ਕਿੰਤੂ ਪ੍ਰੰਤੂ ਕਰਦੇ ਆ। ਇੱਕ ਹੁੰਦਾ ਹਾਸ ਰਸ। ਹਾਸ ਰਸ ਹੁੰਦਾ ਜਿਵੇਂ ਆਪਾਂ ਵੇਖਦੇ ਆ ਕਿ ਕਿਸੇ ਗੱਲ ਨੂੰ ਹਾਸੇ ਵਿੱਚ ਕਹਿ ਦੇਣਾ, ਉਹ ਹਾਸ ਰਸ ਹੈ। ਭਾਈ ਕਹੀ ਛਪਾਈ ਕਹੀ, ਸੁਣਿਆ ਸੀ ਨਾ, ਇਹ ਮਹਾਰਾਜ ਦੇ ਇਤਿਹਾਸ ਚ ਆਇਆ ਸੀ ਕਿ ਕਿਸੇ ਨੇ ਕਹੀ ਚੱਕ ਲਈ ਤੇ ਚੱਕੀ ਅਸਲ ਵਿੱਚ ਉਹਨੇ ਸੀ ਜਿਹਨੇ ਢੰਡੋਰਾ ਦਿੱਤਾ। ਤੇ ਉਹ ਸਾਰੇ ਕਹਿੰਦਾ ਫਿਰੇ ਵੀ ਦੇਖੋ ਸ਼ਾਹੂਕਾਰ ਦੀ ਕਹੀ ਚੱਕ ਲਈ, ਦੱਸ ਦਿਓ ਜਿਹਦੇ ਕੋਲੇ ਹੈਗੀ ਹੈ। ਸਾਰੇ ਪਿੰਡ ਤਲਾਸ਼ੀ ਲੈ ਲਈ, ਲੱਭੇ ਕਿਤੇ ਨਾ। ਕਿਸੇ ਨੇ ਕਿਹਾ ਵੀ ਜਿਹੜਾ ਹੋਕਾ ਦੇਣ ਵਾਲਾ ਸੀ ਇਹਦੇ ਘਰ ਦੀ ਵੀ ਤਲਾਸ਼ੀ ਲੈ ਲਓ, ਇੱਕ ਤਾਂ ਤੁਸੀਂ ਛੱਡਤਾ। ਉਹ ਜਦੋਂ ਉਹਦੇ ਘਰ ਦੀ ਤਲਾਸ਼ੀ ਲਈ ਤਾਂ ਉਹਦੇ ਘਰੋਂ ਨਿਕਲਿਆ ਹੀ। ਤੇ ਉਹ ਮਹਾਰਾਜ ਨੇ ਕਿਹਾ ਭਾਈ ਕਹੀ ਛਪਾਈ ਕਹੀ। ਇਸ ਤਰ੍ਹਾਂ ਹੁੰਦਾ ਕਈ ਵਾਰ ਰੌਲਾ ਪਾਉਣ ਵਾਲਿਆਂ ਦੇ ਕੋਲੇ ਉਹ ਚੀਜ਼ ਹੁੰਦੀ ਆ, ਦੂਜਿਆਂ ਨੂੰ ਕਹੀ ਜਾਣਾ ਇਹ ਨਾ ਕਰੋ ਆਹ ਨਾ ਕਰੋ। ਇਸ ਤਰ੍ਹਾਂ ਦੇ ਹੁੰਦੇ ਨੇ। ਹਾਸ ਰਸ ਵੀ ਹੈ, ਕਿਸੇ ਕਵਿਤਾ ਦੇ ਵਿੱਚ ਹਾਸਾ ਭਰ ਦੇਣਾ, ਕੋਈ ਹਾਸੇ ਵਾਲੀ। ਇੱਕ ਹੁੰਦਾ ਕਰੁਣਾ ਰਸ। ਕਰੁਣਾ ਆ ਗਈ, ਬਰਾਗ ਆ ਗਿਆ ਕਿ ਕਵਿਤਾ ਪੜ੍ਹ ਕੇ। ਫਿਰ ਰੋਦਰ ਰਸ ਹੁੰਦਾ, ਵੀਰ ਰਸ ਹੁੰਦਾ, ਭਿਆਨਕ ਰਸ ਹੁੰਦਾ। ਭਿਆਨਕ ਵੀਰ ਰਸ ਜੰਗ ਯੁੱਧ ਦੇ ਵਿੱਚ ਭਿਆਨਕ ਰਸ ਵੀ ਕਵੀਆਂ ਨੇ ਲਿਖਿਆ। ਜਿਵੇਂ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਕਿ ਉੱਥੇ ਫਿਰ ਜਿਹੜੀਆਂ ਨੇ ਕਲਯੋਗਣਾ ਆਉਂਦੀਆਂ ਜੰਗ ਵਿੱਚ, ਉਹ ਖੂਨ ਪੀਂਦੀਆਂ ਸੀ। ਇਹ ਕੀ ਹੁੰਦਾ? ਇਹ ਜੰਗ ਦਾ ਭਿਆਨਕ ਰਸ ਹੈ। ਇਹ ਕਵਿਤਾ ਦਾ ਰਸ ਹੈ। ਇੱਕ ਹੁੰਦਾ ਵਿਪਤਸ਼ ਰਸ, ਇੱਕ ਹੁੰਦਾ ਭਾਈ ਅਦਭੁਤ ਰਸ, ਇੱਕ ਹੁੰਦਾ ਹੈ ਸ਼ਾਂਤ ਰਸ। ਇਸ ਤਰ੍ਹਾਂ ਇਹ ਛੰਦਾਂ ਦੀ ਚਾਲ ਹੈ, ਸ਼ਬਦ ਦੇ ਅਰਥ ਦੀ ਕੋਈ ਇਸ ਕਵੀ ਜਨ ਫਿਰ ਉਹ ਸੋਭਾ ਪਾਉਂਦੇ ਨੇ। 3 ਤਰ੍ਹਾਂ ਦੇ ਸ਼ਬਦ ਅਲੰਕਾਰ, ਅਰਥ ਅਲੰਕਾਰ ਤੇ ਉਭੇ ਅਲੰਕਾਰ। ਇਸ ਤਰ੍ਹਾਂ ਭਾਈ
ਗਿਆਨੀ ਗਿਆਨ ਸਿੰਘ ਜੀ ਕਹਿ ਰਹੇ, ਗੁਰਮੁਖੋ ਮੈਂ ਇਹੋ ਜਿਹੀਆਂ ਉਗਤੀਆਂ ਜੁਗਤੀਆਂ ਦਲੀਲਾਂ ਜਮਕ ਦਮਕ ਰਸ ਰੀਤਾਂ ਅਲੰਕਾਰ ਵੀ ਨਹੀਂ ਜਾਣਦਾ। ਭਾਵ ਮੈਨੂੰ ਇੰਨਾ ਗਿਆਨ ਨਹੀਂ। ਚਿੱਤਰ ਬਚਿੱਤਰ ਪਵਿੱਤਰ ਨਾ ਛੰਦ ਬੰਦ। ਫਿਰ ਕਹਿੰਦੇ ਜਿਹੜੀ ਮੇਰੀ ਛੰਦਾਬੰਦੀ ਹੈ ਨਾ, ਇਹ ਵੀ ਜਾਣੋ ਕਿ ਇਹ ਜਿਹੜੀ ਕਵਿਤਾ ਇਹ ਬਹੁਤੀ ਵਿਚਿੱਤਰ ਵੀ ਨਹੀਂ, ਅਨੇਕਾਂ ਢੰਗਾਂ ਦੀ ਚਿੱਤਰ ਸੋਹਣੀ ਪਵਿੱਤਰ ਨਹੀਂ ਹੈ। ਕਵਨ ਕੀ ਲਵਨ ਨਾ ਆਵਤ ਸੋ ਢਾਰ ਹੈ। ਤੇ ਕਵੀਆਂ ਦੀ ਕਹਿੰਦੇ ਮੈਨੂੰ ਥੋੜੀ ਬਹੁਤੀ ਵੀ ਰੀਤੀ ਨਹੀਂ ਆਉਂਦੀ। ਮੈਨੂੰ ਵੀ ਕਵੀਆਂ ਦੀ ਕੋਈ ਨਹੀਂ ਹੈ। ਇਤਨਾ ਮਹਾਨ ਕਵਿਤਾਵਾਂ ਲਿਖ ਕੇ ਕਾਵ ਗ੍ਰੰਥ ਲਿਖਿਆ, ਫਿਰ ਵੀ ਨਿਮਰਤਾ ਸੀ ਕਹਿੰਦੇ ਮੈਨੂੰ ਕਵੀਆਂ ਵਾਲੀ ਰੀਤੀ ਵੀ ਨਹੀਂ ਆਉਂਦੀ ਹੈ। ਕੇਵਲ ਪ੍ਰੇਮ ਏਕ ਗੁਰ ਜਸ ਗਾਵਨੇ ਕਾ। ਪਰ ਕੇਵਲ ਮੈਨੂੰ ਤਾਂ ਇੱਕ ਗੁਰੂ ਦੇ ਜਸ ਗਾਉਣ ਦਾ ਪ੍ਰੇਮ ਹੈ। ਆਹੇ ਔਰ ਮਾਹੇ ਸੋਈ ਸਵਜਨ ਵਿਚਾਰ ਹੈ। ਕੋਈ ਹਿਰਦੇ ਵਿੱਚ ਕਹਿੰਦੇ ਭਾਈ ਇਸ ਗੱਲ ਨੂੰ ਸਿਆਣਾ ਸੱਜਣ ਜਿਹੜਾ ਹੈ ਉਹ ਇਸ ਗੱਲ ਨੂੰ ਵਿਚਾਰਦਾ, ਉਹ ਇਸ ਗੱਲ ਨੂੰ ਜਾਣਦਾ ਹੈ। ਸ੍ਰੀ ਗੁਰੂ ਖਾਲਸੇ ਕੀ ਗਾਥ ਹਿਤ ਸਾਥ ਨੀਕ। ਮੈਂ ਤਾਂ ਭਾਈ ਇਹ ਗੁਰੂ ਖਾਲਸੇ ਦੀ ਜਿਹੜੀ ਕਥਾ ਹੈ ਪ੍ਰੇਮ ਦੇ ਨਾਲ ਚੰਗੀ ਤਰ੍ਹਾਂ ਰਚਿਓ ਚਾਹੋ ਠੀਕ ਤਵਾਰੀਖ ਗੁਰੂ ਘਰ ਕੀ। ਇਹ ਇੱਕ ਸੋਹਣੇ ਤਰੀਕੇ ਨਾਲ ਚੰਗੀ ਗੁਰੂ ਘਰ ਦੀ ਤਵਾਰੀਖ ਨੂੰ ਰਚਣਾ ਚਾਹੁੰਦਾ ਹਾਂ। ਘਰ ਕੀ ਤੋ ਅਕਲ ਕੀ ਸ਼ਕਲ ਬਿਕਲ ਜੈਸੀ। ਇਉਂ ਕਹਿੰਦੇ ਮੈਨੂੰ ਤਾਂ ਘਰ ਕੀ ਤੋ ਅਕਲ ਕੀ ਸ਼ਕਲ ਬਿਕਲ ਜੈਸੀ। ਮੈਨੂੰ ਅੰਤਸ਼ ਕਰਨ ਘਰ ਦੀ ਜਿਹੜੀ ਅਕਲ ਬੁੱਧੀ ਹੈ ਬਿਕਲ ਸ਼ਕਲ ਉਹ ਤਾਂ ਮੇਰੀ ਪਾਗਲਾਂ ਵਰਗੀ ਹੋਈ ਹੈ। ਦੀਸਤ ਹੈ ਮੋਹੇ ਜਾਤੇ ਅਭਿਜਾਤ ਘਰ ਕੀ। ਜਿਸ ਕਰਕੇ ਹੁਣ ਉਹ ਬੁੱਧੀ ਹੁਣ ਤੱਕ ਘਰ ਕੀ ਹੌਂਕੀ ਜਾਂਦੀ ਹੈ, ਐਸੀ ਮੇਰੀ ਬੁੱਧ ਹੈ। ਘਰ ਕੀਨ ਜਾਹੀ ਤੇ ਸੋ ਗੁਰੂ ਕੇ ਪਦਾਰ ਬਿੰਦ। ਇਸ ਕਰਕੇ ਮੈਂ ਤਾਂ ਗੁਰੂ ਦੇ ਚਰਨਾਂ ਕਮਲਾਂ ਵਿੱਚ ਚੰਗੀ ਤਰ੍ਹਾਂ ਘਰ ਕੀਨ ਘਰ ਪਾ ਲਿਆ, ਘਰ ਕਰ ਲਿਆ ਹੈ। ਜਾਹੇ ਅਬ ਲੰਬ ਚਾਹੋ ਗਾਥ ਮੈਂ ਰੁਚਰ ਕੀ। ਤੇ ਗੁਰੂ ਦੇ ਚਰਨਾਂ ਦਾ ਆਸਰਾ ਲੈ ਕੇ ਮੈਂ ਤੇ ਇਹ ਭਾਈ ਸੋਹਣੀ ਸੁੰਦਰ ਕਥਾ ਕਰਨੀ ਚਾਹੁੰਦਾ ਹਾਂ। ਚਾਰ ਕੀ ਅਚਰ ਕੀ ਜੋ ਮਿਹਰ ਨਦਰ ਕੀ। ਚਾਰ ਕੀ ਅਚਰ ਕੀ, ਜਦੋਂ ਗੁਰੂ ਮਹਾਰਾਜ ਸਤਿਗੁਰੂ ਦੀ ਮਿਹਰ ਦੀ ਨਿਗਾਹ ਹੋ ਜੇ ਨਾ ਤਾਂ ਫਿਰ ਫੁਰਨਿਆਂ ਦੇ ਵਿੱਚ ਚਾਰ ਕੀ ਅਚਰ ਕੀ। ਚਰਨਾ ਮੈਂ ਵਿਚਰਨ ਵਾਲੇ, ਮੇਰੀ ਸੁਰਤ ਵਿੱਚ ਜਿਹੜੀ ਹੈ ਨਾ ਵਿਚਰਨ ਵਾਲੀ ਸੁਰਤ ਅਚਰ ਕੀ, ਇਹ ਇਕਾਗਰ ਹੋ ਜਾਵੇਗੀ। ਹੋਇ ਤਰ ਕੀ ਹੋਇ ਸਵਰ ਕੀ ਤੋ ਕਵ ਕੀ ਸ਼ੁਕਰ ਕੀ। ਫੇਰ ਇਹ ਜਿਹੜੀ ਹੈ ਮੇਰੀ ਜਿਹੜੀ ਮਤ ਹੈ ਨਾ ਇਹ ਸਵਰ ਕੀ ਹੋ ਜੂ। ਭਾਵ ਬਾਣੀ ਭਾਵ ਕਵਿਤਾ ਦੀ ਇਸ ਦੇ ਵਿੱਚ ਤਰਕੀ ਤਰੱਕੀ ਹੋ ਜਾਵੇਗੀ। ਤੋ ਕਵ ਕੀ ਸ਼ੁਕਰ ਕੀ। ਇਸ ਕਰਕੇ ਫੇਰ ਹੀ ਕਹਿੰਦੇ ਕਵੀ ਆ ਜਿਹੜਾ ਇਹਦੀ ਆਤਮਾ ਸਤਿਗੁਰਾਂ ਦਾ ਸ਼ੁਕਰ ਕਰੂਗੀ, ਸਤਿਗੁਰਾਂ ਦਾ ਧੰਨਵਾਦ ਕਰੂਗੀ। ਦੋਹਰਾ ਗ੍ਰੰਥ ਭਇਓ ਜਿਉ ਨਿਉ ਜਹੈ ਹੇਤੂ ਕਹਿਓ ਸੁਨਾਏ। ਇਸ ਤਰ੍ਹਾਂ ਭਾਈ ਹੁਣ ਮੈਂ ਤੁਹਾਨੂੰ ਦੱਸਤਾ। ਗਿਆਨੀ ਗਿਆਨ ਸਿੰਘ ਜੀ ਕਹਿੰਦੇ ਕਿ ਇਹ ਗ੍ਰੰਥ ਰਚਣ ਦਾ ਕਾਰਨ ਕੀ ਬਣਿਆ, ਉਹ ਕਾਰਨ ਤੁਹਾਨੂੰ ਦੱਸ ਦਿੱਤਾ, ਸੁਣਾ ਦਿੱਤਾ। ਪ੍ਰਥਮ ਧਿਆਏ ਜਹ ਗਾਏ ਗੁਣ ਇਤੀ ਭਇਓ ਮੁੱਧ ਪਾਏ। ਤੋ ਇਸ ਤਰ੍ਹਾਂ ਤੇ ਕਹਿੰਦੇ ਇਹ ਜਾਣੋ ਕਿ ਪਹਿਲਾ ਅਧਿਆਏ ਜਿਹੜਾ ਹੈ ਉਹ ਇੱਥੇ ਜਿਹੜਾ ਗੁਣ ਗਾਏ ਨੇ ਉਹ ਇਹ ਪ੍ਰੇਮ ਸਹਿਤ ਆਨੰਦ ਨਾਲ ਇਹ ਇੱਥੇ ਪੂਰਾ ਹੋ ਗਿਆ। ਭਾਵ ਇਹ ਜਿਹੜਾ ਹੈ ਇੱਥੇ ਫਿਰ ਪੁਰਾਣੇ ਸਮਿਆਂ ਵਿੱਚੋਂ ਲਿਖਿਆ ਜਾਂਦਾ ਏਤ ਸ੍ਰੀ ਗੁਰੂ ਪ੍ਰੰਥ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ ਪੂਰਬ ਅਰਧ ਗਿਆਨ ਸਿੰਘ ਵਿਰਚ ਤੇ ਮੰਗਲ ਗ੍ਰੰਥ ਕਾਰਨ ਵਰਣਨ ਨਾਮ ਪ੍ਰਥਮ ਵਿਸ਼ਰਾਮ। ਇਹ ਪਹਿਲਾ ਵਿਸ਼ਰਾਮ ਇੱਥੇ ਆ ਗਿਆ ਕਿ ਮੈਂ ਇਹ ਇੱਥੇ ਤੱਕ ਯਾਨੀ ਗਿਆਨ ਸਿੰਘ ਜੀ ਕਹਿੰਦੇ ਭਾਈ ਇਹ ਸਾਰਾ ਕੁਝ ਮੰਗਲ ਵੀ ਕਰਤੇ। ਗ੍ਰੰਥ ਰਚਣ ਦਾ ਕਾਰਨ ਕੀ ਹੈ ਉਹ ਦੱਸ ਦਿੱਤਾ ਹੈ। ਇਹ ਇੱਥੇ ਤੱਕ ਸਾਰੀ ਗੱਲ ਆ ਗਈ ਹੈ। ਪਹਿਲਾ ਵਿਸ਼ਰਾਮ ਆ ਗਿਆ ਹੈ।
ਹੁਣ ਅੱਗੇ ਸ਼ੁਰੂ ਕਰਦੇ ਹਨ ਕਿ ਜਿਵੇਂ ਦੱਸਿਆ, ਫਿਰ ਇੱਥੋਂ ਹੁਣ ਦੱਸਦੇ ਨੇ ਅਗਲਾ ਜਿਹੜਾ ਦੂਜਾ ਵਿਸ਼ਰਾਮ ਸ਼ੁਰੂ ਹੋ ਜਾਂਦਾ ਹੈ। ਇਹ ਅਕਾਲ ਪੁਰਖ ਚੰਡੀ ਮੰਗਲ ਕਿਹਦੇ ਪ੍ਰਸੰਗ ਸੂਚੀ ਕੀ ਹੈ, ਇਸ ਗ੍ਰੰਥ ਦੇ ਵਿੱਚ ਕੀ ਕੀ ਲਿਖਣਾ ਹੈ, ਉਹ ਸਾਰਾ ਪਹਿਲਾਂ ਦੱਸਣਗੇ। ਫਿਰ ਜਿਹੜਾ ਨਵਾਂ ਤੇ ਪੁਰਾਣਾ, ਇਹ ਪੁਰਾਣਾ ਜਿਹੜਾ ਪੰਥ ਪ੍ਰਕਾਸ਼ ਹੈ ਤੇ ਨਵਾਂ ਇਹਦੇ ਰਚਣ ਦਾ ਕਾਰਨ, ਉਹ ਸਾਰਾ ਦੱਸ ਰਹੇ ਹਨ। ਸਵਈਆ ਤੂੰ ਗੁਰੂ ਨਾਨਕ ਅੰਗਦ ਆਮਰ, ਇਉਂ ਕਹਿ ਰਹੇ ਨੇ ਕਿ ਹੇ ਅਕਾਲ ਪੁਰਖ, ਤੂੰ ਹੀ ਗੁਰੂ ਨਾਨਕ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਤੂੰ ਰਾਮਦਾਸ ਸੋ ਅਰਜਨ ਤੂੰ ਹੈ। ਤੂੰ ਹੀ ਗੁਰੂ ਰਾਮਦਾਸ ਤੇ ਤੂੰ ਹੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਤੂੰ ਹੀ ਹੈ। ਤੂੰ ਹਰ ਗੋਬਿੰਦ ਜੋ ਹਰ ਰਾਏ, ਤੂੰ ਹੀ ਹਰ ਗੁਰੂ ਹਰਗੋਬਿੰਦ ਸਾਹਿਬ ਹੈ। ਤੂੰ ਹੀ ਸੱਤਵੇਂ ਪਾਤਸ਼ਾਹ ਗੁਰੂ ਹਰ ਰਾਏ। ਹਰੀ ਕ੍ਰਿਸ਼ਨ ਤੇਗ ਬਹਾਦਰ ਤੂੰ ਹੈ, ਔਰ ਸ਼੍ਰੀ ਗੁਰੂ ਹਰਿਕ੍ਰਿਸ਼ਨ ਵੀ ਤੂੰ ਹੀ ਹੈ, ਗੁਰੂ ਤੇਗ ਬਹਾਦਰ ਵੀ ਤੂੰ ਹੀ ਹੈ। ਮਾਤੇ ਮਤੰਗ ਮਲੇਛਨ ਕੇ ਹਿਤ, ਮਾਤੇ ਮਤੰਗ ਨਾਮ, ਮਤੰਗ ਨਾਮ ਹੈ ਹਾਥੀਆਂ ਦਾ। 10ਵੇਂ ਪਾਤਸ਼ਾਹ ਜੀ ਵੀ ਲਿਖਦੇ ਨੇ, ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਉਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸਿਕੂਦਤ ਪੌਨ ਕੇ ਗੌਨ ਕੋ ਜਾਤ ਨਿਵਾਰੇ, ਭਾਰੀ ਭੁਜਾਨ ਕੇ ਭੂਪ ਭਲੀ ਵਿਦ ਨਿਆਵਤ ਸੀਸ, ਨਾ ਜਾਤ ਵਿਚਾਰੇ ਤੇ ਭਏ ਤੋ ਕਹਾਂ ਭਏ ਭੂਪ ਤੇ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਇਹ ਜੋਸ਼ ਨਾਲ ਪੜ੍ਹਨ ਵਾਲੀ ਬਾਣੀ ਹੈ। ਕਦੇ ਤੁਸੀਂ ਆਨੰਦ ਨਾਲ ਨਾ ਜ਼ੋਰ ਲਾ ਕੇ ਜਾਪ ਸਾਹਿਬ ਤੇ ਸਵਈਏ ਪੜ੍ਹਿਓ, ਫਿਰ ਵੇਖੋ ਕੈਸਾ ਆਨੰਦ ਆਉਂਦਾ ਹੈ। ਨਮਸਤਵੰ ਅਕਾਲੇ, ਨਮਸਤਵੰ, ਇਹਦੇ ਨਾਲ ਬੁੱਧੀ ਦੀ ਪ੍ਰੈਕਟਿਸ ਹੁੰਦੀ ਆ। ਜਿਹੜੇ ਕਹਿੰਦੇ ਮੈਨੂੰ ਗੱਲ ਭੁੱਲ ਜਾਂਦੀ ਹੈ ਨਾ, ਤੇ ਉਹ ਜ਼ੋਰ ਨਾਲ ਜਾਪ ਸਾਹਿਬ ਤੇ ਸਵਈਆਂ ਦਾ ਪਾਠ ਕਰਿਆ ਕਰਨ ਤੇ ਦਿਮਾਗ ਵੱਧ ਜਾਊਗਾ, ਚੇਤੇ ਰਹਿਣ ਲੱਗ ਜਾਊਗਾ। ਇਹ ਮਾਲਕ ਦੀ ਏਡੀ ਕਿਰਪਾ ਹੈ। ਬਾਣੀ 'ਚ ਬਹੁਤ ਵੱਡੀ ਤਾਕਤ ਹੈ। 10ਵੇਂ ਪਾਤਸ਼ਾਹ ਦੀ ਬਾਣੀ ਵੀਰ ਰਸੀ ਬਾਣੀ ਹੈ ਗੁਰਮੁਖੋ। ਇਸ ਕਰਕੇ ਇਹ ਬਾਣੀ ਨੂੰ ਪੜ੍ਹਨ ਮੌਕੇ ਵੀ ਵੀਰ ਰਸ ਤਾਂ ਥੋੜਾ ਜਿਹਾ ਹੋਣਾ ਚਾਹੀਦਾ ਹੈ ਨਾ, ਫਿਰ ਬਾਤ ਬਣਦੀ ਹੈ। ਰਹੋ ਵਿਚਾਰ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਵੀ, ਮਤੰਗ ਨਾਮ ਹੈ ਹਾਥੀ ਦਾ। ਗਿਆਨੀ ਗਿਆਨ ਸਿੰਘ ਜੀ ਕਹਿੰਦੇ ਹਨ, ਮਾਤੇ ਮਤੰਗ ਮਲੇਛਨ ਕੇ ਹਿਤ, ਕਿ ਹੇ ਅਕਾਲ ਪੁਰਖ, ਤੂੰ ਹੀ 10 ਪਾਤਸ਼ਾਹ ਰੂਪ 10ਵੇਂ ਗੁਰੂ ਰੂਪ ਵਿੱਚ ਇਹ ਜਿਹੜੇ ਮਸਤ ਹਾਥੀਆਂ ਵਰਗੇ ਜ਼ਾਲਮ ਤੁਰਕ ਸਨ, ਇਹਨਾਂ ਨੂੰ ਖਤਮ ਕਰਨ ਵਾਸਤੇ ਗੋਬਿੰਦ ਸਿੰਘ ਸ੍ਰੀ ਗੁਰੂ ਤੂੰ ਹੈ। ਤੂੰ ਹੀ ਸ਼ੇਰ ਸਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ ਰੂਪ ਹੋਇਆ। ਸਾਰਮਈ ਕਰਤਾਰਮਈ, ਹੇ ਵਾਹਿਗੁਰੂ, ਸ਼ਾਸਤਰ ਰੂਪ ਵੀ ਤੂੰ ਹੈ। ਕਰਤਾਰ ਸ਼ਾਸਤਰ ਕੀ ਹੈ? ਦੇਖੋ, ਸਾਰਮਈ ਕਰਤਾਰਮਈ, ਸ਼ਾਸਤਰ ਜਿਹੜੇ ਹੱਥ ਵਿੱਚ ਹੁੰਦੇ। ਫਿਰ ਇੱਕ ਸੱਸੇ ਨੂੰ ਕੰਨਾ ਲੱਗ ਜਾਂਦਾ, ਸ਼ਾਸਤਰ, ਬਾਣੀ ਰੂਪ ਗ੍ਰੰਥ ਰੂਪ ਵੀ ਤੂੰ ਹੈ। ਸਾਰਮਈ ਕਰਤਾਰਮਈ, ਸ਼ਾਸਤਰ ਰੂਪ ਕਰਤਾਰ ਰੂਪ ਵੀ ਹੈ। ਸਹਿਬ ਸਰੋਹੀ ਸਹਿਥੀ ਜਹੈ ਹਮਾਰੇ ਪੀਰ। ਕਲਗੀਧਰ ਪਾਤਸ਼ਾਹ ਨੇ ਕਿਹਾ ਨਾ, ਅਸ ਕਿਰਪਾਨ ਖੰਡੋ ਖੜਗ ਤੁਬਕ ਤਬਰੇ ਅਰ ਤੀਰ, ਸਹਿਬ ਸਰੋਹੀ ਸਹਿਥੀ ਜਹੈ ਹਮਾਰੇ ਪੀਰ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਲਿਖਦੇ। ਇਸੇ ਤਰ੍ਹਾਂ ਭਾਈ ਸ਼ਾਸਤਰ ਵੀ ਤੂੰ, ਕਰਤਾਰ ਸਰੂਪ ਤੂੰ, ਅਵਤਾਰਮਈ ਸ਼ਕਤੀ ਸਭ ਤੂੰ ਹੈ। ਅਵਤਾਰ ਸਰੂਪ ਸਾਰੀਆਂ ਜਿੰਨੀਆਂ ਵੀ ਸ਼ਕਤੀਆਂ, ਭਾਵੇਂ ਉਹ ਚੰਡੀ ਸ਼ਕਤੀ ਹੈ, ਚੰਡਕਾ ਸ਼ਕਤੀ, ਜੋ ਹੈ ਅਕਾਲ ਪੁਰਖ ਤੇਰੀਆਂ ਹੀ ਸ਼ਕਤੀਆਂ ਨੇ ਸਾਰੀਆਂ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਹੁਣ ਇੱਥੇ ਕਈ ਕਹਿੰਦੇ ਮਹਾਰਾਜ ਪਹਿਲਾਂ ਭਗਉਤੀ ਕੀ ਵਾਰ, ਇਹ ਚੰਡੀ ਦੀ ਵਾਰ ਦੀ ਪਹਿਲੀ ਪੌੜੀ ਹੈ ਨਾ, ਕਿ ਮਹਾਰਾਜ ਉਸ ਨੂੰ ਚੰਡੀ ਭਾਈ, ਕੋਈ ਮਹਾਰਾਜ ਨੇ ਦੇਵੀ ਰੂਪ ਨਹੀਂ, ਚੰਡੀ ਭਾਵ ਅਕਾਲ ਪੁਰਖ ਦੀ ਸ਼ਕਤੀ, ਵਿਰਾਟ ਸ਼ਕਤੀ ਜਿਹੜੀ ਹੈ ਉਹਦਾ ਰੂਪ ਲਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ। ਤੇ ਭਾਈ ਸੰਤੋਖ ਸਿੰਘ ਵੀ ਜਿੱਥੇ ਦੇਵੀ ਉਪਮਾ ਕਰਦੇ ਆ ਨਾ, ਉਹ ਪ੍ਰਮਾਤਮਾ ਦੀ ਵਿਰਾਟ ਸ਼ਕਤੀ ਦੀ ਉਪਾਸਨਾ ਹੈ। ਹਰ ਇੱਕ ਨੂੰ ਇਸ ਗੱਲ ਦਾ ਗਿਆਨ ਨਹੀਂ। ਤੇ ਇੱਥੇ ਵੀ ਇਹ ਕਹਿੰਦੇ ਤੁਸੀਂ ਹੈ ਅਵਤਾਰਮਈ ਸ਼ਕਤੀ ਸਭ ਤੂੰ ਹੈ, ਸਾਰੀਆਂ ਸ਼ਕਤੀਆਂ ਤੂੰ ਹੀ ਹੈ। ਦੋਹਰਾ ਚੰਡ ਮੁੰਡ ਸੇ ਜਿਉ ਕਰੇ, ਖਲ ਖੰਡਨ ਬਲਵੰਡ। ਇਸ ਕਰਕੇ ਹੁਣ ਉੱਥੇ ਪ੍ਰਮਾਤਮਾ ਦੀ ਵਿਰਾਟ ਸ਼ਕਤੀ ਦੀ ਉਪਮਾ ਕਰਦੇ, ਹੇ ਸ੍ਰੀ ਚੰਡੀ ਤੇਰੀ ਜੈ ਜੈਕਾਰ ਹੋਵੇ।
ਜਿਵੇਂ ਤੂੰ ਚੰਡ ਮੁੰਡ ਆਦਿਕ ਬਹੁਤ ਹੀ ਮੂਰਖ ਤੇ ਬੜੇ ਤਾਕਤਵਰ ਰਾਖਸ਼ਾਂ ਦਾ ਨਾਸ਼ ਕੀਤਾ, ਤਿਉ ਮਮ ਬਿਗਨ ਬਿਹੰਡੀਏ, ਜੈ 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 ਸ੍ਰੀ ਚੰਡ। ਇਸੇ ਤਰ੍ਹਾਂ ਹੀ ਵਿਰਾਟ ਰੂਪ ਸ਼ਕਤੀ ਚੰਡੀ, ਮੇਰੇ ਵੀ ਤੂੰ ਬਿਗਨਾਂ ਦਾ ਨਾਸ਼ ਕਰੀ। ਮੈਂ ਗੁਰੂ ਸਾਹਿਬ ਦਾ, ਗੁਰੂ ਕੇ ਪੰਥ ਖਾਲਸੇ ਦਾ ਇਤਿਹਾਸ ਲਿਖਣਾ ਹੈ ਤੇ ਕੋਈ ਮੈਨੂੰ ਵਿਘਨ ਨਾ ਪਵੇ, ਤੇਰੀ ਜੈ ਜੈ ਜੈਕਾਰ ਹੋਵੇ। ਜਿਤਕ ਗਾਥ ਇਸ ਗ੍ਰੰਥ ਮੈਂ, ਕਹਿਨੀ ਅੰਤ ਪ੍ਰਯੰਤ। ਤੋ ਜਿੰਨੀ ਕੁ ਵੀ ਕਥਾ ਮੈਂ ਇਸ ਗ੍ਰੰਥ ਦੇ ਵਿੱਚ ਅੰਤ ਪ੍ਰਯੰਤ, ਅੰਤ ਤੱਕ ਕਹਿਣੀ ਹੈ, ਜੋ ਮੈਂ ਇਸ ਗ੍ਰੰਥ ਵਿੱਚ ਭਾਵ ਸਾਰੀ ਗੱਲ ਇਹ ਵੀ ਦੱਸ ਰਹੀ ਵੀ ਗ੍ਰੰਥ ਵਿੱਚ ਕਹਿਣਾ ਕੀ ਚਾਹੁੰਦੇ ਹੋ ਤੁਸੀਂ। ਮੁੱਖ ਗੱਲ ਮੂਹਰੇ ਹੁਣ ਸੂਚੀ ਪੱਤਰ ਹੁੰਦਾ ਨਾ, ਜਿਹੜੇ ਤੁਸੀਂ ਪੜ੍ਹਨ ਵਾਲੇ ਹੋ ਤੇ ਜਾਣਦੇ ਹੋ, ਪੁਸਤਕ ਹੁੰਦੀ ਹੈ, ਉਹਦੇ ਵਿੱਚ ਮੰਨ ਲਓ 20-25 ਕੋਈ ਪ੍ਰਕਰਣ ਨੇ, ਪਾਠ ਨੇ, ਤਾਂ ਉਹਨਾਂ ਦਾ ਮੂਹਰੇ ਸੂਚੀ ਪੱਤਰ ਹੁੰਦਾ, ਇੰਨੇ ਸਫ਼ੇ ਤੇ ਆ, ਇੰਨੇ ਤੇ ਆ, ਇੰਨੇ ਤੇ ਆ। ਹੁਣ ਉਹ ਕਹਿੰਦੇ ਇਸ ਗ੍ਰੰਥ ਦੇ ਵਿੱਚ ਕੀ ਹੈ, ਉਹ ਤੁਹਾਨੂੰ ਸੂਚੀ ਪੱਤਰ ਰਾਹੀਂ ਮੈਂ ਪਹਿਲਾਂ ਦੱਸ ਦਿੰਨਾ। ਸੋ ਸਭ ਅਬ ਜਿਤਕ ਗਾਥ ਇਸ ਗ੍ਰੰਥ ਮੈਂ ਕਹਿਨੀ ਅੰਤ ਪ੍ਰਯੰਤ, ਜਿੰਨੀ ਕਿ ਮੈਂ ਇਹਦੇ ਵਿੱਚ ਕਥਾ ਕਹਾਣੀ ਜੋ ਕਹਿਣੀ ਅੰਤ ਤੱਕ, ਸੋ ਸਭ ਅਬ ਕਹਿ ਦੇਤ ਹੋ, ਸੁਨਹੁ ਸਰੋਤਾ ਸੰਤ। ਇਸ ਕਰਕੇ हे ਸਰੋਤਿਓ ਸੰਤ ਜਨੋ, ਉਹ ਭਾਈ ਹੁਣ ਮੈਂ ਪਹਿਲਾਂ ਕਹਿਣ ਲੱਗਿਆ, ਫਿਰ ਮੈਂ ਮੁੱਢ ਤੋਂ ਕਹਿੰਦੇ ਸਾਰੀ ਗੱਲ ਦੱਸੂ। ਪਹਿਲਾਂ ਸੂਚੀ ਪੱਤਰ ਦੱਸ ਦਿੰਦਾ, ਤੁਹਾਨੂੰ ਪਤਾ ਲੱਗ ਜੂ ਮੈਂ ਇਸ ਗ੍ਰੰਥ ਵਿੱਚ ਕਹਿਣਾ ਕੀ ਹੈ। ਚੌਪਈ ਪੰਥ ਪ੍ਰਕਾਸ਼ ਗ੍ਰੰਥ ਜਹ ਜੈਸੇ। ਤੋ ਇਹ ਜੋ ਪੰਥ ਪ੍ਰਕਾਸ਼ ਗ੍ਰੰਥ ਜਿਸ ਤਰ੍ਹਾਂ ਭਇਓ ਭਾਖ ਹੋ ਪ੍ਰਥਮੇ ਵੈਸੇ, ਉਹ ਮੈਂ ਭਾਈ ਤੁਹਾਨੂੰ ਉਸੇ ਤਰ੍ਹਾਂ ਸਾਰਾ ਦੱਸ ਰਿਹਾ ਹਾਂ। ਪੁਨ ਗੁਰੂ ਨਾਨਕ ਕਾ ਅਵਤਾਰੈ, ਕਹਿੰਦੇ ਸਭ ਤੋਂ ਪਹਿਲਾਂ ਤਾਂ ਮੈਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅਵਤਾਰ ਦੀ ਜੋ ਗੱਲ ਹੈ ਉਹ ਕਹਾਂਗਾ। ਭਇਓ ਜੈਸ ਸੋ ਕਹੋ ਵਿਚਾਰੈ, ਉਹ ਜਿਵੇਂ ਹੋਈ ਗੁਰੂ ਸਾਹਿਬ ਗੁਰੂ ਨਾਨਕ ਦੇ ਮਹਾਰਾਜ ਦਾ ਜੀਵਨ ਉਹ ਤੁਹਾਨੂੰ ਦੱਸਾਂਗਾ। ਫਿਰ ਵਰ ਦਸੋਂ ਗੁਰਨ ਕੀ ਗਾਥਾ, ਫਿਰ ਮੈਂ ਕਹਿੰਦੇ ਮਹਾਨ ਸ੍ਰੇਸ਼ਟ ਉੱਤਮ 10 ਗੁਰੂਆਂ ਦੀ ਅੱਗੇ ਗਾਥਾ ਕਥਾ ਜੋ ਹੈ, ਤਨਕ ਤਨਕ ਕਹਿਓ ਹਿਤ ਸਾਥਾ, ਪ੍ਰੇਮ ਦੇ ਨਾਲ ਮੈਂ ਥੋੜੀ ਥੋੜੀ, ਭਾਵ ਵਿਸਥਾਰ ਨਹੀਂ, ਉਹ ਤਾਂ ਕਹਿੰਦੇ ਸੂਰਜ ਪ੍ਰਕਾਸ਼ ਵਿੱਚ ਹੋ ਗਿਆ, ਕਿਉਂਕਿ ਗਿਆਨੀ ਗਿਆਨ ਸਿੰਘ ਜੀ ਨੇ ਜਿਹੜੀ ਗੁਰੂ ਇਤਿਹਾਸ ਆ ਉਹ ਮੁੱਖ ਗੱਲ ਸੂਰਜ ਪ੍ਰਕਾਸ਼ ਦੀ ਰੱਖੀ ਹੈ। ਭਾਈ ਸੰਤੋਖ ਸਿੰਘ ਜੀ ਵਾਲੇ ਗ੍ਰੰਥ ਨੂੰ ਪੜ੍ਹਿਆ, ਉਹ ਤਾਂ ਕਹਿੰਦੇ ਵਿਸਥਾਰ ਤਾਂ ਉਹਦੇ ਚ ਹੀ, ਇਸ ਕਰਕੇ ਮੈਂ ਥੋੜਾ ਥੋੜਾ ਬਾਕੀ ਗੁਰੂ ਸਾਹਿਬਾਨਾਂ ਬਾਰੇ ਵੀ ਕਹਿ ਕੇ, ਪੁਨ ਬੰਦੇ ਜਿਮ ਤੁਰਕ ਨਿਕੰਦੇ। ਫਿਰ ਮੈਂ ਬਾਬਾ ਬੰਦਾ ਸਿੰਘ ਬਹਾਦਰ ਦੀ ਉਹ ਗੱਲ ਕਰੂੰ ਜਿਵੇਂ ਤੁਰਕਾਂ ਦਾ ਉਹਨੇ ਨਾਸ਼ ਕੀਤਾ। ਤੁਰਕ ਗਰੇਸ ਕਰੇ ਨਿਜ ਬੰਦੇ, ਫਿਰ ਕਿਵੇਂ ਉਸਨੇ ਤੁਰਕ ਗਰੇਸ ਨਾਮ ਪਹਾੜੀ ਰਾਜਿਆਂ ਦਾ, ਗਿਰ ਨਾਮ ਪਹਾੜ ਦਾ, ਏਸ਼ ਰਾਜੇ ਪਹਾੜੀ ਰਾਜੇ ਜਿਹੜੇ ਨੇ ਉਹਨਾਂ ਨੂੰ ਆਪਣੇ ਬੰਦੇ ਬਣਾ ਲਿਆ, ਦਾਸ ਬਣਾ ਲਿਆ, ਉਹ ਦੱਸਾਂਗਾ। ਖੰਡ ਤੁਰਕ ਬਹੁ ਮੰਡ ਅਖਾਰੇ, ਕਿਵੇਂ ਦੇਖੋ ਬਹੁਤ ਜੰਗ ਕੀਤੇ ਬਾਬਾ ਬੰਦਾ ਸਿੰਘ ਨੇ, ਤੁਰਕਾਂ ਦਾ ਨਾਸ਼ ਕੀਤਾ। ਕਰੀ ਹਕੂਮਤ ਮੁਲਕ ਮਝਾਰੇ, ਇਸ ਤਰ੍ਹਾਂ ਫਿਰ ਇਸ ਮੁਲਕ ਦੇ ਵਿੱਚ ਉਹਨੇ ਰਾਜ ਕੀਤਾ। ਸਿੰਘਨ ਸੋ ਬਿਗੜਿਓ ਪੁਨ ਜੈਸੇ, ਫਿਰ ਮੈਂ ਇਹ ਵੀ ਦੱਸੂ ਕਿ ਸਿੰਘਾਂ ਨਾਲ ਵਿਗਾੜ ਕਿਵੇਂ ਪੈ ਗਿਆ ਬਾਬਾ ਬੰਦਾ ਸਿੰਘ ਦਾ। ਬੰਦਾ ਮਰਿਓ ਕਹੋ ਪੁਨ ਵੈਸੇ, ਜਿਵੇਂ ਫਿਰ ਬੰਦਾ ਸਿੰਘ ਬਹਾਦਰ ਦੀ ਅੰਤ ਹੋਇਆ, ਸ਼ਹੀਦੀ ਹੋਈ, ਉਹ ਸਾਰੀ ਦੱਸਾਂਗਾ। ਫਿਰ ਸਿੰਘਨ ਮਿਲ ਜੈਸ ਅਪਾਰੀ, ਫਿਰ ਭਾਈ ਸਿੰਘਾਂ ਦੇ ਨਾਲ ਮਿਲ ਕਰਕੇ ਜਿਸ ਤਰ੍ਹਾਂ ਬਹੁਤ ਹੀ, ਤੁਰਕਨ ਸੋ ਬਹੁ ਕਰੇ ਅਖਾਰੇ, ਉਹ ਸਿੰਘਾਂ ਨੇ ਦੇਖੋ ਤੁਰਕਾਂ ਨਾਲ ਬਹੁਤ ਜੰਗ ਕੀਤੇ। ਪੁਨ ਕਾਬਲ ਪਤ ਜੇ ਬਿਦ ਆਇਓ, ਫਿਰ ਕਹਿੰਦੇ ਕਾਬਲਪਤੀ ਜਿਹੜਾ ਅਹਿਮਦ ਸ਼ਾਹ ਅਬਦਾਲੀ ਜਿਸ ਤਰ੍ਹਾਂ ਇੱਥੇ ਆਇਆ, ਜ਼ੁਲਮ ਅਤੁਲਮ ਕਮਾਏ ਸਿਧਾਇਓ, ਤੇ ਉਹਨੇ ਬਹੁਤ ਹੀ ਜ਼ਿਆਦੇ ਜਿਹੜਾ ਹੈ ਜ਼ੁਲਮ ਕਮਾ ਕੇ ਇੱਥੋਂ ਗਿਆ। ਪੁਨ ਪਟਲੇਸ਼ਵਰ ਤਈ ਸ਼ਿਤਾਬ, ਫਿਰ ਮੈਂ ਦੱਸੂ ਜੋ ਪਟਿਆਲੇ ਦਾ ਮਹਾਰਾਜਾ ਬਾਬਾ ਆਲਾ ਸਿੰਘ, ਉਸ ਨੂੰ ਛੇਤੀ ਹੀ
ਜੈਸ ਰਾਜਗੀ ਮਿਲਿਓ ਖਤਾਬ। ਜਿਸ ਤਰ੍ਹਾਂ ਭਾਈ ਰਾਜੇ ਦਾ ਖਿਤਾਬ ਮਿਲਿਆ। ਮਾਰ ਦੁਰਾਨੀ ਜੈਸ ਨਿਕਾਰੀ। ਫਿਰ ਜਿਵੇਂ ਸਿੰਘਾਂ ਨੇ ਦੁਰਾਨੀ ਨੂੰ ਮਾਰ ਕੇ ਇਸ ਦੇਸ਼ ਵਿੱਚੋਂ ਕੱਢਿਆ। ਸਿੰਘਨ ਮੁਲਕ ਦਬਾਇਓ ਸਾਰੇ। ਤੇ ਕਿਵੇਂ ਸਿੰਘਾਂ ਨੇ ਸਾਰੇ ਮੁਲਕ ਤੇ ਆਪਣਾ ਕਬਜ਼ਾ ਕਰ ਲਿਆ। ਦੁਆਦਸ ਮਿਸਲ ਭਈ ਪੁਨ ਜੈਸੇ। ਫਿਰ ਦੁਆਦਸ 2 ਤੇ 10 12 ਜਿਵੇਂ ਮਿਸਲਾਂ ਹੋਈਆਂ। ਹਾਲ ਵਿਸਾਲ ਕਹੋ ਤਿੰਨ ਤੈਸੇ। ਉਹਨਾਂ ਦਾ ਮੈਂ ਉਸੇ ਤਰ੍ਹਾਂ ਭਾਈ ਹਾਲ ਦੱਸਾਂਗਾ। ਪੁਨ ਬਘੇਲ ਸਿੰਘ ਜਿਉ ਮੱਧ ਦਿੱਲੀ। ਫਿਰ ਕਹਿੰਦੇ ਜਿਵੇਂ ਬਾਬੇ ਬਘੇਲ ਸਿੰਘ ਨੇ ਦਿੱਲੀ ਦੇ ਵਿੱਚ ਕਰੀ ਹਕੂਮਤ ਕੁਛ ਦਿਨ ਢਿੱਲੀ। ਜਿਵੇਂ ਹਕੂਮਤ ਕੀਤੀ ਪਰ ਉਹ ਢਿੱਲੀ ਹਕੂਮਤ ਕੀਤੀ, ਛੱਡ ਕੇ ਵੀ ਆ ਜਾਂਦੇ ਸੀ ਵਿੱਚ ਹੀ। ਪੁਨ ਪੁਟਲੇਸ ਸੰਗ ਜਿਉ ਜੰਗ। ਫਿਰ ਉਹ ਦਸੂ ਪਟਿਆਲੇ ਵਾਲਿਆਂ ਨਾਲ ਬਾਬੇ ਬਘੇਲ ਸਿੰਘ ਦਾ ਜਿਵੇਂ ਜੰਗ ਹੋਇਆ। ਫਿਰ ਕੀਨੋ ਮੇਲ ਸੁਰੰਗ। ਤੇ ਫਿਰ ਭਾਈ ਕਿਸ ਤਰ੍ਹਾਂ ਉਹਨੇ ਮੇਲ ਕਰ ਲਿਆ ਸਾਰਾ, ਉਹ ਵੀ ਦੱਸਾਂਗਾ। ਪੁਨ ਸਰਹੰਦ ਜਿਮ ਪੰਥ ਉਜਾਰੀ। ਫਿਰ ਭਾਈ ਜਿਵੇਂ ਖਾਲਸਿਆਂ ਨੇ ਸਰਹੰਦ ਨੂੰ ਉਜਾੜਿਆ। ਮਾਰਿਓ ਜੈਨ ਖਾਨ ਅਤ ਭਾਰੀ। ਤੇ ਕਿਵੇਂ ਬਹੁਤ ਵੱਡਾ ਜਿਹੜਾ ਹੈ ਜੈਨ ਖਾਨ ਸੀ, ਉਹਨੂੰ ਫਿਰ ਸਿੰਘਾਂ ਨੇ ਮਾਰਿਆ। ਇਹ ਗੱਲ ਤੁਹਾਨੂੰ ਅੱਗੇ ਇਸ ਤਰ੍ਹਾਂ ਦੱਸਾਂਗਾ। ਉਹ ਸਾਰੀ ਗੱਲ ਦੱਸਦੇ ਨੇ। ਹੁਣ ਟਾਈਮ ਹੋ ਗਿਆ ਹੈ ਸਮਾਪਤੀ ਦਾ। ਬਾਕੀ ਆਪਾਂ ਕੱਲ ਨੂੰ ਇੱਥੋਂ ਅੱਗੇ ਪ੍ਰਸੰਗ ਜਿਹੜਾ ਹੈ ਉਹ ਸਰਵਣ ਕਰਾਂਗੇ। ਬਹੁਤ ਬਹੁਤ ਧੰਨਵਾਦ। ਮਹਾਰਾਜ ਕਿਰਪਾ ਕਰਨ, ਚੜ੍ਹਦੀ ਕਲਾ ਤੰਦਰੁਸਤੀ ਬਖਸ਼ਿਸ਼ ਕਰਨ। ਆਓ ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।